ਜਿਹੜਾ ਇਸ ਕੇਸ ਨੂੰ ਲੈਣਾ ਮੁਨਾਸਿਬ ਨਹੀਂ ਸਮਝਿਆ। ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਬੇਟਾ ਇੱਕ ਮੰਗ ਕਰ ਰਿਹਾ ਸੀ, ਉਹ ਵੀ ਮੰਗ ਖਤਮ ਹੋ ਗਈ। ਕੇਜਰੀਵਾਲ ਸਪਸ਼ਟ ਨਹੀਂ ਕਰਨ ਦਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਨੀ ਹੈ ਕਿ ਨਹੀਂ ਕਰਨੀ। ਭਗਵੰਤ ਮਾਨ ਨੂੰ ਨੇ ਪੰਜਾਬ ਦਾ ਚਿਹਰਾ ਐਲਾਨ ਦਿੱਤਾ। ਪੰਜਾਬੀ ਸਿੱਖਾਂ ਦੀ ਆਵਾਜ਼ ਭਗਵੰਤ ਮਾਨ ਨੂੰ ਸਪਸ਼ਟ ਨਹੀਂ ਕਰਨੀ ਚਾਹੀਦੀ, ਮੰਗ ਨਹੀਂ ਰੱਖਣੀ ਚਾਹੀਦੀ ਕਿ ਜਿਹੜੇ ਬੰਦੀ ਸਿੰਘ ਨੇ ਸਾਡੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਰਿਹਾਈ ਕਰਨ। ਬਿਲਕੁਲ ਉਹਨੂੰ ਹੀ ਨਹੀਂ ਕਰਨੀ ਚਾਹੀਦੀ, ਉਹਦੇ ਜਿੰਨੇ ਕੈਂਡੀਡੇਟ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ, ਉਹਦੇ ਜਿੰਨੇ ਐਮਐਲਏ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ, ਤੇ ਨਾਲ ਇਨਸਾਨੀਅਤ ਹੱਕਾਂ ਦੇ ਜਿਹੜੇ ਲੰਬਰਦਾਰ ਨੇ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ, ਤੇ ਨਾਲ ਹੀ ਜਿਹੜੀਆਂ ਪੰਥ ਨੂੰ ਸਮਰਪਿਤ ਪਾਰਟੀਆਂ ਜਾਂ ਮਨੁੱਖੀ ਦਰਦ ਰੱਖਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ। ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ ਤੇ ਫਿਰ ਡਿਲੇ ਕਿਉਂ? ਪਰ 6 ਦਿਨ ਦਾ ਸਮਾਂ, ਅੱਜ 20 ਤਰੀਕ ਹੋ ਗਈ ਆ, ਤੁਸੀਂ ਕਹਿੰਦੇ 26 ਤਰੀਕ ਤੱਕ ਜੇਕਰ ਰਿਹਾਈ ਨਾ ਹੋਈ ਤੇ ਆਪਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ? ਅਸੀਂ ਹਰ ਜਿਹੜਾ ਉਹਦਾ ਕੈਂਡੀਡੇਟ ਆ ਉਹਦਾ ਘਰਾਓ ਕਰਾਂਗੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕੋ ਦਿਨ ਅਸੀਂ ਪਹਿਲਾਂ ਸ਼ੁਰੂ ਕਰਾਂਗੇ ਤੇ ਉਹਨਾਂ ਚਿਰ ਕਰਦੇ ਰਹਾਂਗੇ ਜਿੰਨਾ ਚਿਰ ਇਹ ਜਿਹੜਾ ਉਹ ਰਿਹਾਈ ਦਾ ਐਲਾਨ ਨਹੀਂ ਹੋਇਆ। ਅਕਾਲੀ ਦਲ ਦਾ ਕਰੋਗੇ, ਕਾਂਗਰਸ ਦਾ ਕਰੋਗੇ, ਕਿਹਦਾ? ਅਸੀਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਆ ਜਿਹੜੀ ਇਹ ਉਹਦੇ ਕੋਲ ਫਾਈਲ ਆ, ਤੇ ਨਾਲ ਹੀ ਅਸੀਂ ਅੱਗੇ ਇਹ ਵੀ ਕਹਿ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਇਹ ਫੈਸਲਾ ਨਹੀਂ ਕਰਦੀ, ਤੁਰੰਤ ਰਿਹਾਈ ਨਹੀਂ ਕਰਦੀ ਜੋ ਉਹਦੇ ਅਧਿਕਾਰ ਖੇਤਰ ਆ, ਤੇ ਕੇਂਦਰ ਸਰਕਾਰ ਜਿਹੜੀ ਆ ਉਹਨੂੰ ਬਾਈਪਾਸ ਕਰਕੇ ਆਰਟੀਕਲ 72 ਦੇ ਤਹਿਤ ਖੁਦ ਵੀ ਫੈਸਲਾ ਕਰ ਸਕਦੀ ਆ। ਤੇ ਭਾਜਪਾ ਦਾ ਵੀ ਬਿਲਕੁਲ, ਜੇ ਪਹਿਲਾਂ ਇਹਨੂੰ ਕੇਜਰੀਵਾਲ ਦੇ ਵਿਰੁੱਧ, ਕੇਜਰੀਵਾਲ ਦੀ ਪਾਰਟੀ ਦੇ ਵਿਰੁੱਧ, ਤੇ ਜੇ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਭਾਜਪਾ ਦੇ ਕੈਂਡੀਡੇਟਾਂ ਦਾ ਵੀ। ਕੇਜਰੀਵਾਲ ਦੇ ਜਿਹੜੇ ਕੈਂਡੀਡੇਟ ਨੇ ਆਵਾਜ਼ ਚੁੱਕਣ ਨਾਲ ਨਹੀਂ, ਸਾਨੂੰ ਤੇ ਯਾਰ ਰਿਹਾਈ ਦੇ ਨਾਲ, ਕਿ ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ, ਸਾਨੂੰ ਸਪਸ਼ਟ ਕਰਨ ਕਿ ਇੱਕ ਗੱਲ ਇਹ ਸਪਸ਼ਟ ਕਰਨ ਕਿ ਫਾਈਲ ਕਿੱਥੇ ਆ। ਬੇਸ਼ੱਕ ਇਹਨੇ ਕਹਿ ਦਿੱਤਾ ਕਿ ਉਹ ਜਿਹੜਾ ਲੈਫਟੀਨੈਂਟ ਗਵਰਨਰ ਦੇ ਕੋਲ ਇੱਕ ਪੱਤਰਕਾਰ ਦੇ, ਪਰ ਸਾਡੇ ਕੋਲ ਅਧਿਕਾਰ ਤੌਰ ਦੇ ਉੱਤੇ ਕੋਈ ਨਹੀਂ ਉਹਨਾਂ ਕਿਹਾ। ਈਮੇਲ ਵੀ ਕੀਤੀ, ਜਿਹੜਾ ਐਡਵੋਕੇਟ ਸਾਡਾ ਜਸਪਾਲ ਸਿੰਘ ਮੰਝਪੁਰ ਆ, ਉਹਨੇ ਈਮੇਲ ਵੀ ਕੀਤੀ ਆ। ਉਹਦਾ ਈਮੇਲ ਦਾ ਵੀ ਇੱਕ ਵਾਰੀ ਆਇਆ ਜੀ, ਉਹ ਪ੍ਰਕਿਰਿਆ ਦੇ ਅਧੀਨ ਆ, ਲੇਕਿਨ ਉਸ ਤੋਂ ਬਾਅਦ ਤੇ ਉਹਨੂੰ ਵੀ ਨਹੀਂ ਦੱਸਿਆ, ਜਦੋਂ ਕਿ ਨਾਲ ਉਹਦੇ ਵਿੱਚ ਈਮੇਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਤੁਹਾਨੂੰ ਅੱਗੇ ਸੂਚਿਤ ਕੀਤਾ ਜਾਏਗਾ, ਤੇ 1 ਮਹੀਨੇ ਤੋਂ ਵੱਧ ਉੱਤੇ ਹੋ ਗਿਆ, ਉਹਨੂੰ ਵੀ ਨਹੀਂ ਸੂਚਿਤ ਕੀਤਾ। ਕੇਜਰੀਵਾਲ ਰਿਹਾ ਕਰੇ ਜਾਂ ਅੜਚਣ ਦੱਸੇ? ਹਾਂ ਬਿਲਕੁਲ, ਅੜਚਣ ਜਦੋਂ ਕੋਈ ਹੈ ਹੀ ਨਹੀਂ। ਅਸੀਂ ਤੇ ਕਿਹਾ ਕਿ ਅੜਚਣ ਕੀ ਆ? ਅੜਚਣ ਹੈ ਇੱਕ ਦੇਸ਼ ਭਗਤੀ ਦਾ ਜਨੂਨ, ਕਿ ਦੇਸ਼ ਦੀ ਪ੍ਰੋਫੈਸਰ ਭੁੱਲਰ ਜਿਹੜੇ ਨੇ ਉਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ। ਜੇ ਬਾਹਰ ਆ ਗਏ ਤੇ ਲਾ ਐਂਡ ਆਰਡਰ ਨੂੰ ਖਤਰਾ ਵਾ, ਜਦੋਂ ਕਿ ਉਹ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਆ, ਹਸਪੀਟਲ ਐਡਮਿਟ ਆ, ਮੈਡੀਕਲ ਰਿਪੋਰਟ ਆ 2000 ਤੇ ਮੇਰਾ ਖਿਆਲ ਆ 10 ਤੋਂ ਉਹ ਮੈਡੀਕਲ ਟ੍ਰੀਟਮੈਂਟ ਦੇ ਅੰਡਰ ਆ, ਉਹ ਜੇਲ੍ਹ ਵਿੱਚ ਹੈ ਹੀ ਨਹੀਂ, ਜੇਲ੍ਹ ਤੋਂ ਬਾਹਰ ਨੇ, ਕਾਹਦਾ ਖਤਰਾ? ਫਿਰ ਉਹ ਸਪਸ਼ਟ ਕਰਨ ਭਈ ਇਹ ਕੀ ਹੈ, ਦੇਸ਼ ਭਗਤੀ ਦੇ ਜਨੂਨ ਦੇ ਤਹਿਤ ਨਹੀਂ ਕੀਤੀ ਜਾ ਰਹੀ, ਜਾਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਨਾਰਾਜ਼ ਕਰਨ ਦੇ ਭਈ ਨਾਰਾਜ਼ ਹੋ ਜਾਣਗੇ ਸਾਡੇ ਜਿਹੜੇ ਵੋਟਰ ਨੇ ਵੀ ਇਹਨੂੰ ਰਿਹਾ ਕਰ ਦਿੱਤਾ। ਇਹ ਸਾਨੂੰ ਸਪਸ਼ਟ ਕਰੇ, ਫਾਈਲ ਕਿੱਥੇ ਆ ਉਹ ਸਪਸ਼ਟ ਕਰੇ। ਕੋਈ ਕਹਿੰਦਾ ਜੀ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿੰਦਾ ਜੀ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਇਹ 1 ਮਿੰਟ ਦਾ ਕੰਮ ਆ ਸਾਈਨ ਕਰਨਾ। ਉਹਨਾਂ ਦਾ ਘਰਾਓ, ਜਵਾਬ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਖਿਆ ਜਾਏਗਾ। ਵੇਖੋ ਜੀ, ਵੋਟਾਂ ਆ ਜਿਹੜਾ ਗੱਲ ਹੈ ਨਾ, ਅੱਜ ਇਹ ਇਸ਼ੂ ਵੋਟਾਂ ਦਾ ਨਹੀਂਗਾ। ਅਸੀਂ ਕਿਸੇ ਵੇਖੋ ਅਸੀਂ ਤੇ ਕਿਉਂਕਿ ਉਹਨਾਂ ਦੇ ਕੋਲ ਪਾਵਰ ਆ, ਫਾਈਲ ਉਹਨਾਂ ਦੇ ਕੋਲ ਆ, ਇਲੈਕਸ਼ਨ ਸਾਰੀਆਂ ਪਾਰਟੀਆਂ ਲੜ ਰਹੀਆਂ। ਅੱਜ ਇਹ ਪੋਲੀਟੀਕਲ ਮੁੱਦਾ ਨਹੀਂ ਆ, ਅੱਜ ਇੱਕ ਰਿਹਾਈ ਦਾ ਮੁੱਦਾ ਵਾ। ਅਸੀਂ ਉਹਨਾਂ ਨੂੰ ਆਨੇ ਆ ਕਿ ਇਹਨੂੰ ਪੋਲੀਟੀਕਲ ਮੁੱਦਾ ਨਾ ਬਣਾਓ। ਅਸੀਂ ਤੇ ਇਹ ਮੰਗ ਕਰਨੇ ਆ ਕਿ ਰਿਹਾਈ ਕੋਈ ਕਰਦੇ, ਕੋਈ ਇਹਦਾ ਬਜਾਨਾ ਲੈ ਜੇ ਕਿ ਹਾਂ ਮੈਂ ਕੀਤਾ, ਮੈਂ ਕਰਵਾਤੀ ਰਿਹਾਈ। ਸਾਨੂੰ ਇਹਦੇ ਨਾਲ ਨਹੀਂ ਕੋਈ ਫਰਕ, ਕਿਉਂਕਿ ਅਸੀਂ ਇਹਨੂੰ ਗੁਰੂ ਦਾ ਵਰਤਾਰਾ ਸਮਝਾਂਗੇ ਕਿ ਉਹਦੀ ਰਿਹਾਈ ਲਈ ਗੁਰੂ ਨੇ ਵਰਤਾਰਾ ਵਰਤਾਇਆ ਵਾ, ਉਹਦੀ ਰਿਹਾਈ ਹੋ ਗਈ ਆ। ਪਰ ਸਾਨੂੰ ਇਹ ਗੱਲ ਸਪਸ਼ਟ ਕਰਨ ਕਿ ਦੇਸ਼ ਭਗਤੀ ਦਾ ਜਨੂਨ ਆ, ਸਿੱਖਾਂ ਨਾਲ ਵੈਰ ਭਾਵਨਾਵਾਂ ਜਾਂ ਵੋਟਰਾਂ ਨੂੰ ਨਾਰਾਜ਼ ਹੋਣ ਦਾ ਡਰ ਹੈ। ਸ਼ੀਲਾ ਦੀਖਤ ਦੀ ਮਿਸਾਲ ਦਿੰਦੇ ਆ, ਉਹਨੇ ਜਿਹੜਾ ਭਾਈ ਰਣਜੀਤ ਸਿੰਘ ਕੁੱਕੀ ਉਹਨੂੰ ਰਿਹਾ ਕੀਤਾ ਸੀ, ਗੁਰਦੀਪ ਸਿੰਘ ਖੈੜੇ ਨੂੰ ਰਿਹਾ ਕੀਤਾ ਸੀ। ਉੱਥੋਂ ਬਾਅਦ ਵੀ ਉਹ 2 ਵਾਰ ਮੁੱਖ ਮੰਤਰੀ ਬਣੀ, ਵੋਟਰਾਂ ਨੇ ਵੋਟਾਂ ਪਾਉਣੀਆਂ, ਸਾਨੂੰ ਉਹਨਾਂ ਦੇ ਉੱਤੇ ਕੋਈ ਨਹੀਂ। ਅਸੀਂ ਇਹ ਅੱਜ ਦਾ ਮੁੱਦਾ ਨਹੀਂ। ਬਿਲਕੁਲ,
ਅਸੀਂ ਤੇ ਕਿਹਾ ਕਿ ਇਸ ਪੰਥ ਨੂੰ ਅਸੀਂ ਤਾਂ ਸਮੁੱਚੇ ਜਗਤ ਨੂੰ ਸਮਰਪਿਤ ਅਪੀਲ ਸਾਰਾ ਕਰਦੇ ਆ। ਸਿੱਖ ਜਗਤ ਆ ਜਿਹੜੀਆਂ ਪੰਥਕ ਜਥੇਬੰਦੀਆਂ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਾਂ ਮਨੁੱਖੀ ਦਰਦ ਰੱਖਣ ਵਾਲੇ ਇਨਸਾਨ ਨੇ, ਅਸੀਂ ਤੇ ਪ੍ਰੈਸ ਨੂੰ ਵੀ ਅਪੀਲ ਕਰਨੇ ਆ ਵੀ ਉਹ ਵੀ ਇਹ ਆਵਾਜ਼ ਉਠਾਉਣ। ਦੇਖੋ ਅਸੀਂ ਤੁਹਾਡੇ ਪ੍ਰੈਸ ਥਰੂ ਤੁਹਾਡੀ ਪ੍ਰੈਸ ਦੇ ਰਾਹੀਂ ਵੀ ਇਹ ਆਵਾਜ਼ ਉਠਾਉਣੀ ਚਾਹੁੰਦੇ ਆ ਕਿ ਇਹ ਸਪਸ਼ਟ ਕਰ। ਅਸੀਂ ਤੇ ਆਏ ਜੀ ਤੁਹਾਡੀ ਆਵਾਜ਼ ਨਹੀਂ ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਤੁਸੀਂ ਮਿਹਰਬਾਨੀ। ਆਏ ਆ, ਪਰ ਉਹਦੇ ਵਿੱਚ ਕੀ ਆ ਵੀ ਇਹ ਇੱਕ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਵੀ ਮਸਲਾ ਵਾ। ਹੁਣ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨ ਤੋਂ ਡਿਪੋਰਟ ਕੀਤਾ ਜਾਂਦਾ, ਇੱਥੇ ਮਤਲਬ ਸਾਡੇ ਹਿੰਦੁਸਤਾਨ ਦੇ ਵਿੱਚ ਉਹਦੇ ਤੇ ਫਾਂਸੀ ਵਾਲੀ ਜਿਹੜੀ ਆ ਉਹ ਸਜ਼ਾ ਲਾਗੂ ਹੀ ਨਹੀਂ ਹੁੰਦੀ, ਕਿਉਂਕਿ ਉਸ ਕੰਟਰੀ ਦੇ ਵਿੱਚ ਸਜ਼ਾ ਹੀ ਨਹੀਂ ਹੈ ਫਾਂਸੀ ਦੀ। ਹੁਣ ਆਪਾਂ 1 ਮਿੰਟ ਵਾਸਤੇ ਸਾਰੇ ਮਨੁੱਖੀ ਤੌਰ ਤੇ ਆਪਣੇ ਅੰਦਰ ਝਾਤੀ ਮਾਰੀਏ। ਇੱਕ ਦਿਨ ਦਾ ਤੁਸੀਂ ਆਪਣੇ ਆਪ ਨੂੰ ਉੱਥੇ ਲੈ ਕੇ ਚੱਲੋ ਭਈ 26 ਸਾਲ ਤੋਂ ਉਹ ਜਿਹੜਾ ਸਿੱਖ ਨੌਜਵਾਨ ਆ, ਹੁਣ ਬਜ਼ੁਰਗ ਹੋ ਚੁੱਕਾ, ਇੰਟਰਨੈਟ ਕੋਈ ਨਹੀਂ ਆ, ਕੋਈ ਉੱਥੇ ਹੋਰ ਫੈਸਿਲਿਟੀ ਨਹੀਂ ਆ ਉਹਦੇ ਕੋਲ, ਤੇ 26 ਸਾਲ ਇੱਕ ਬੰਦ ਕਮਰੇ ਦੇ ਵਿੱਚ ਇੱਕ ਮਨੁੱਖ ਜਿਹੜਾ ਵਾ ਉਹ ਕਿੱਦਾਂ ਰਹਿ ਸਕਦਾ? ਫਿਰ ਉਹਦਾ ਦੋਸ਼ ਕੀ ਹੈ? ਜਿਹੜਾ ਦੋਸ਼ ਉਹਦੇ ਤੇ ਲਾਇਆ ਉਹ ਵੀ ਸਾਬਤ ਨਹੀਂ ਹੋ ਰਿਹਾ। ਜਾਂ ਇਹ ਦੱਸਣ ਭਈ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਦੂਜਿਆਂ ਵਾਸਤੇ ਹੋ ਰਿਹਾ। ਦੂਜਿਆਂ ਲੋਕਾਂ ਵਾਸਤੇ ਹੋ ਰਿਹਾ। ਹੁਣ ਵੇਖੋ ਇੱਕ ਆ ਡੇਟਾਂ ਲਿਖ ਲਿਓ, ਜਿਹੜਾ ਕੇਜਰੀਵਾਲ ਨੇ 3 ਵਾਰੀ ਉਹਦਾ ਨਕਸ਼ਾ ਜਿਹੜਾ ਨਾ ਉਹ ਰਿਜੈਕਟ ਕੀਤਾ ਵਾ, ਜਦੋਂ ਕਿ ਉਹਦਾ ਅਧਿਕਾਰ ਖੇਤਰ ਹੀ ਨਹੀਂ। ਇੱਕ ਵਾਰੀ ਸਤੰਬਰ 2020 ਚ 19 ਚ, ਸਤੰਬਰ 2019 ਚ, ਫਿਰ ਫਰਵਰੀ 2020 ਚ, ਫਿਰ ਅਗਸਤ 2020 ਚ, ਇਹ 3 ਵਾਰ ਉਹ ਇਹ ਕੇਜਰੀਵਾਲ ਨਹੀਂ ਚਾਹੁੰਦਾ ਕਿ ਰਿਹਾਈ ਹੋਵੇ। ਦੇਖੋ ਇਹ ਗੱਲ ਤੇ ਸਪਸ਼ਟ ਕਰਦਾ ਕਿ ਉਹਦੀ ਨੀਤੀ ਆ। ਜਦੋਂ ਉਹਦਾ ਅਧਿਕਾਰ ਖੇਤਰ ਹੀ ਨਹੀਂ, ਕੇਸ ਸੁਪਰੀਮ ਕੋਰਟ ਚ ਪੈਂਡਿੰਗ ਆ, ਤੇ ਉਹ 3 ਵਾਰ ਉਹਦਾ ਨਕਸ਼ਾ ਜਿਹੜਾ ਰਿਜੈਕਟ ਕਰ ਰਿਹਾ। ਜਿਹੜਾ ਇੱਕ ਰਿਵਿਊ ਬੋਰਡ ਹੁੰਦਾ ਉਹ 6 ਮਹੀਨੇ ਬਾਅਦ ਬਹਿੰਦਾ, ਤੇ ਸਤੰਬਰ ਤੋਂ ਬਾਅਦ ਫਰਵਰੀ 6 ਮਹੀਨੇ, ਫਰਵਰੀ ਤੋਂ ਬਾਅਦ ਫਿਰ ਅਗਸਤ 6 ਮਹੀਨੇ, ਉਹਨੇ 3 ਵਾਰ ਰਿਜੈਕਟ ਕੀਤਾ। ਇੱਕ ਇਹ ਸਪਸ਼ਟੀਕਰਨ ਦੇ ਫਾਈਲ ਕਿੱਥੇ ਆ ਉਹ ਸਪਸ਼ਟੀਕਰਨ ਦੇ, ਕਾਨੂੰਨੀ ਅੜਚਣ ਕੀ ਆ ਉਹ ਸਪਸ਼ਟੀਕਰਨ ਦੇ, ਤੇ ਦੇ ਵੀ ਤੁਰੰਤ, ਇਹ ਨਹੀਂ ਕਿ 10 ਦਿਨਾਂ ਬਾਅਦ। 2017 ਦੀ ਇਲੈਕਸ਼ਨਾਂ ਦੇ ਵਿੱਚ ਕੇਂਦਰ ਦਾ ਸਮਰਥਨ ਦਿੱਤਾ ਸੀ, ਕੀ ਲੱਗਦਾ ਕਿ ਇਸ ਵਾਰੀ ਉਹਨੂੰ ਸਮਰਥਨ ਆ ਬੈਠੇ ਹੋਏ ਨੇ ਸਾਡਾ ਕੈਨੇਡਾ ਤੋਂ ਆਏ ਰਣਜੀਤ ਸਿੰਘ ਬੱਗਾ ਮੇਰਾ ਨਾਂ, ਅਸੀਂ ਜਹਾਜ਼ ਲੈ ਕੇ ਆਏ ਸੀਗੇ। ਅਸੀਂ ਰਣਜੀਤ ਸਿੰਘ ਬੱਗਾ, ਮੈਂ NRI ਕੈਨੇਡਾ ਤੋਂ, ਰਣਜੀਤ ਸਿੰਘ ਬੱਗਾ ਮੇਰਾ ਨਾਮ ਆ। ਜੋ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ ਬਾਰੇ ਸਾਨੂੰ ਪਤਾ ਹੀ ਨਹੀਂ ਪਹਿਲੋਂ ਵੀ ਇਹਨਾਂ ਕਿਹਦੇ ਹੱਥ ਵਾਸਿਆ, ਸੈਂਟਰ 'ਚ ਆ, ਪੰਜਾਬ 'ਚ ਆ। ਹੁਣ ਸਾਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਰਾ ਕੇਸ ਹੀ ਉਹਦੇ ਕੋਲੇ, ਉਹ ਛੱਡ ਵੀ ਸਕਦਾ, ਇੱਕ ਦਿਨ 1 ਘੰਟੇ ਛੱਡ ਸਕਦਾ। ਜਦੋਂ ਕੇਸ ਹੀ ਭਾਈ ਸਾਹਿਬ ਦੇ ਖਤਮ ਹੋ ਗਏ ਆ, ਸਾਰੀ ਓਵਰ ਹੋ ਗਈ ਸਜ਼ਾ ਉਹਦੀ। ਕੋਈ ਦੇਸ਼ ਇਹੋ ਜਿਹਾ ਹੈ ਵਰਲਡ ਦੇ ਵਿੱਚ ਜਿਹਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਉਹਨਾਂ ਅੰਦਰ ਰੱਖਿਆ ਜਾਵੇ? ਮੈਂ ਕੋਈ ਦੇਖਿਆ ਸਾਰੇ ਦੇਸ਼ ਫਿਰੇ, ਪਰ ਜਿਹੜਾ ਇਸ ਦੇਸ਼ ਵਿੱਚ ਕੰਮ ਹੋ ਰਿਹਾ ਉਹ ਸਿੱਖਾਂ ਨਾਲ ਸਾਰਿਆਂ ਨਾਲ ਵਰਸਿਆ ਹੈ। NRI ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ, ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ, ਵੋਟਾਂ ਵਾਸਤੇ ਵੀ ਸਾਰੇ ਦੇਸ਼ਾਂ 'ਚ ਕਰਾਂਗੇ। ਇਹ ਜਿੰਨਾ ਚਿਰ ਸਾਡਾ ਭਰਾ ਉਹ ਨਹੀਂ ਛੱਡਦੇ, ਸਾਰੇ ਦੇਸ਼ ਹੈ, ਸਾਰੇ ਵਰਲਡ ਵਾਈਡ NRI ਬੰਦਿਆਂ ਨੂੰ ਕਹਿ ਰਹੇ ਆ ਇਹਨਾਂ ਦਾ ਬਾਈਕਾਟ ਕੀਤਾ ਜਾਏ। ਅਸੀਂ ਇਹਨਾਂ ਦਾ ਸਾਥ ਦਿੱਤਾ 17 ਵਿੱਚ, ਹੁਣ ਨਹੀਂ ਦੇ ਰਹੇ, 1% ਨਹੀਂ ਦੇ ਰਹੇ। ਇਹਨਾਂ ਨੂੰ ਵੀ ਪਤਾ ਵਾ ਜਿੰਨਾ ਚਿਰ ਉਹਨਾਂ ਨੂੰ ਰਿਹਾ ਨਹੀਂ ਕਰਦੇ, ਪਿੰਡਾਂ ਵਿੱਚ NRI ਬੰਦੇ ਜਾਣਗੇ, ਸਾਰੇ NRI ਬਾਹਰ ਮੁੰਡੇ ਰਹਿੰਦੇ, ਉਹਨਾਂ ਨੂੰ ਰਿਕੁਐਸਟ ਕਰਾਂਗੇ ਇਹਨਾਂ ਦਾ ਬਾਈਕਾਟ ਕੀਤਾ ਜਾਏ। ਇਹ ਨਹੀਂ ਛੱਡਦੇ, BJP ਦਾ ਵੀ ਕਰਾਂਗੇ, ਉਹ ਛੱਡ ਸਕਦੇ ਆ, ਜੇ ਇਹ ਨਹੀਂ ਛੱਡਦਾ BJP ਵਾਲੇ ਛੱਡ ਸਕਦੇ ਆ। ਇਹਦੇ ਦੋਵਾਂ ਦਾ ਬਾਈਕਾਟ ਕੀਤਾ ਵੇਖੋ, ਸਭ ਤੋਂ ਪਹਿਲਾਂ ਤੇ ਇਹਨੂੰ ਅਸੀਂ ਕੋਈ ਵੋਟਾਂ ਦੀ ਰਾਜਨੀਤੀ ਵਿੱਚ ਨਹੀਂ ਲੈਣਾ ਚਾਹੁੰਦੇ। ਸਾਨੂੰ ਵੋਟਾਂ ਦਾ ਕੋਈ ਇਹ ਰਾਜਨੀਤਿਕ ਮੁੱਦਾ ਨਾ ਹੈ, ਨਾ ਇਹਨੂੰ ਬਣਾਉਣਾ ਚਾਹੁੰਦੇ ਆ। ਸਾਡੀ ਤੁਹਾਡੀ ਪ੍ਰੈਸ ਦੇ ਥਰੂ ਸਮੁੱਚੇ ਵਰਲਡ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ 2017 ਦੀ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਦਾ ਸਾਥ ਦਿੱਤਾ ਸੀਗਾ, ਉਹਨਾਂ ਨੂੰ ਪਰਸਨਲੀ ਤੌਰ ਤੇ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਕਹਿ ਕੇ ਤੇ ਇਹ ਸਾਈਨ ਕਰਵਾਓ। ਤੇ ਤੁਹਾਡੀ ਪ੍ਰੈਸ ਦੇ ਥਰੂ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਨਾ ਇਹ ਮੁੱਦਾ ਰਾਜਨੀਤਿਕ ਆ, ਨਾ ਇਹਨੂੰ ਰਾਜਨੀਤਿਕ ਅਸੀਂ ਬਣਾਉਣਾ ਚਾਹੁੰਦੇ ਆ। ਇਹ ਇੱਕ ਮਨੁੱਖਤਾ ਨਾਲ ਸੰਬੰਧਿਤ ਮੁੱਦਾ ਵਾ। ਮੈਂ ਤੇ ਇਹਨੂੰ ਮਨੁੱਖਤਾ ਨਾਲ ਸੰਬੰਧਿਤ ਮੁੱਦਾ ਮਤਲਬ ਤੁਸੀਂ ਸਾਰੇ ਵੇਖਦੇ ਹੀ ਆ, ਭੁੱਲਰ ਸਾਹਿਬ ਦੀ ਫੈਮਿਲੀ ਨੂੰ ਆ, ਭੈਣ ਜੀ ਹੁਣੀ ਬੈਠੇ ਸਾਡੇ ਲਾਗੇ, ਵੀ ਕਿੰਨਾ ਸਫ਼ਰ ਕਰ ਲਿਆ ਇਹਨਾਂ ਨੇ। 26 ਸਾਲ ਦਾ ਸਫ਼ਰ ਥੋੜਾ ਨਹੀਂ ਹੁੰਦਾ। ਹੋ ਗਏ, ਤੇ ਉਹਨਾਂ ਦੀ ਮਾਤਾ ਜੀ ਦੀ ਵੀ ਬਾਅਦ ਵਿੱਚ ਡੈਥ ਹੋ ਗਈ ਭੁੱਲਰ ਸਾਹਿਬ। ਪਰਿਵਾਰ ਦੇ ਕਿੰਨੇ ਜੀ ਜਿਹੜੇ ਆ ਉਹ ਚਲੇ ਗਏ ਉਸ ਸਮੇਂ ਦੌਰਾਨ। ਤੇ ਹੁਣ ਕੋਈ ਹੈ ਨਹੀਂ ਨਾ, ਤੇ ਕਾਨੂੰਨੀ ਅੜਚਣ ਹੈ ਤੇ ਵੋਟਾਂ ਵਾਲੀ ਰਾਜਨੀਤੀ ਦੀ ਗੱਲ ਪਹਿਲਾਂ ਜਹੇਦਾਰ ਨਾਰਾਇਣ ਸੋਹ ਨੇ ਦੱਸੀ ਆ ਵੀ ਰਣਜੀਤ ਸਿੰਘ ਕੁੱਕੀ ਦਾ ਕੇਸ, ਹਾਲਾਂਕਿ ਉਹ ਕਿੰਨਾ ਹਾਈਲਾਈਟ ਕੇਸ ਸੀਗਾ, ਲਲਿਤ ਮਾਕਨ ਹੋਣਾ ਨਾਲ ਸੰਬੰਧਿਤ ਕੇਸ ਸੀ, MP ਮਰਿਆ ਸੀਗਾ, ਫਿਰ ਉੱਥੇ ਦਿੱਲੀ ਦੰਗਿਆਂ ਨਾਲ ਸੰਬੰਧਿਤ ਕੇਸ ਸੀਗੇ, ਤੇ ਸ਼ੀਲਾ ਦੀਕਸ਼ਤ ਨੇ ਜਦੋਂ ਸਾਈਨ ਕੀਤੇ ਆ ਉਦੋਂ ਬਾਅਦ 2 ਵਾਰ ਉਹ ਮੁੱਖ ਮੰਤਰੀ ਬਣੀ ਆ। ਇਹ ਵੀ ਨਹੀਂ ਕੋਈ ਭਾਈ ਹਿੰਦੂ ਰਾਜਨੀਤੀ ਜਾਂ ਹਿੰਦੂ ਵੋਟ ਇਹਨਾਂ ਦੀ ਕੋਈ ਇੱਥੋਂ ਫਿਸਲੂਗੀ। ਤੇ ਸਾਡੀ ਤੇ ਪ੍ਰਜੋਰ ਇਹ ਅਪੀਲ ਆ ਵੀ ਇਹਨੂੰ ਜਲਦੀ ਤੋਂ ਜਲਦੀ ਫਾਈਨਲ ਕਰਕੇ ਉਸ ਵੀਰ ਨੂੰ ਰਿਹਾ ਕੀਤਾ ਜਾਵੇ। ਕਲਪ੍ਰੇਟਸ ਹੈਗੇ ਨੇ, ਉਹਨਾਂ ਨੂੰ ਸਜ਼ਾ ਦਵਾਈਆਂ,
ਤੇ ਜਿਹੜੇ ਹਾਲੇ ਤੱਕ ਕੋਈ ਨਹੀਂ ਦਵਾ ਸਕਿਆ, ਤੇ ਹੋਰ ਵੀ ਕਈ ਜਿਹੜੀਆਂ ਸਿੱਖ ਜਿਹੜੀਆਂ ਉਹ ਵੇਦ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ, ਤਾਂ ਕਰਕੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ। ਦੂਸਰੀ ਗੱਲ, ਵੀਰ ਬਾਲ ਦਿਵਸ ਜਿਹੜਾ ਕਿ ਅਨਾਉਂਸ ਕੀਤਾ ਮੋਦੀ ਸਾਹਿਬ ਵੱਲੋਂ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਜੀ ਇਹ ਬੜੀ ਵਧੀਆ ਹੋ ਗਈ ਹੈ, ਇੰਟਰਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਦੀ ਐਕਸੈਪਟੈਂਸ ਕਿ ਇਹਨੂੰ ਅਸੀਂ ਸਾਰੇ ਨੂੰ ਗੁਰੂ ਦਾ ਵਰਤਾਰਾ ਸਮਝਦੇ ਆ, ਵਾਹਿਗੁਰੂ ਦਾ ਵਰਤਾਰਾ ਸਮਝਦੇ ਆ ਕਿ ਇਹ ਇਹਨਾਂ ਦਿਨਾਂ ਦੇ ਉੱਤੇ ਇਹ ਗੱਲਾਂ ਹੋਈਆਂ। ਉਹਦਾ ਪੋਲੀਟੀਕਲ ਮੰਤਵ ਹੋ ਸਕਦਾ ਤੇ ਜਿਹੜੇ ਜਾ ਰਹੇ ਆ ਉਹਨਾਂ ਦਾ ਵੀ ਪੋਲੀਟੀਕਲ ਮੋਟਿਵ ਹੋ ਸਕਦਾ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਨੁਕਤਾ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਜਿਹੜਾ ਸਟੇਟ ਰੂਲ ਆ, ਮੈਂ ਜਿਹੜਾ ਇਹ ਕਹਿੰਦਾ ਨਾ, ਕਾਨੂੰਨ ਵਿਰੁੱਧ ਵਰਤੋਂ ਕਰਕੇ ਸਜ਼ਾਏ ਮੌਤ ਸੁਣਾਈ ਗਈ ਤੇ ਰਿਹਾਈ ਵੀ ਕਾਨੂੰਨ ਵਿਰੁੱਧ ਵਰਤੋਂ ਕਰਕੇ ਰਿਹਾਈ ਦੇ ਵਿੱਚ ਅੜਚਣਾ ਪਾਈ ਜਾ ਰਹੀਆਂ। ਸਟੇਟ ਰੂਲ ਕੀ ਆ? 14+6 ਟਾਡਾ ਐਕਟ ਦੇ ਵਿੱਚ 14 ਸਾਲ ਅਸਲ ਸਜ਼ਾ ਤੇ 6 ਸਾਲ ਉਸ ਦਰਮਿਆਨ ਜਿਹੜੀ ਆ ਸਰਕਾਰੀ ਮਾਫੀ ਮਿਲੀ ਹੋਣੀ ਚਾਹੀਦੀ ਆ, ਪਰ ਉਹ ਸਿੱਖਾਂ ਉੱਤੇ ਲਾਗੂ ਨਹੀਂ ਹੋ ਰਹੀ। ਨਾਲ ਹੀ ਇਹਦੇ ਨਾਲ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦਾ ਮੁੱਦਾ ਤੇ ਆ ਕਿ ਤੁਰੰਤ ਉਹਦੀ ਰਿਹਾਈ ਦੇ ਵਿੱਚ ਕੋਈ ਅੜਚਣ ਹੀ ਨਹੀਂ ਆ। ਦੂਜੇ ਵੀ ਜਿੰਨੇ ਵੀ ਸਿੱਖ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਹੜੇ ਬੜੈਲ ਜੇਲ੍ਹ ਦੇ ਵਿੱਚ ਨੇ ਬੰਦ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਸਮੇਤ ਜਿਹੜੇ ਉਹ ਫਿਰ ਜਗਤਾਰ ਸਿੰਘ ਹਵਾਰਾ, ਉਧਰ ਬਲਵੰਤ ਸਿੰਘ ਰਾਜੂਆਣਾ ਜੱਗੀ ਜੋਲ ਆਪਣਾ ਤੇ ਬਾਕੀ ਜਿਹੜੇ ਹੋਰ ਵੀ ਜਿਨ੍ਹਾਂ ਨੂੰ ਚਾਹੇ ਹੁਣ ਇੱਕ ਸਿੱਖ ਹੋਣ ਦੇ ਨਾਤੇ ਹੀ ਜਿਹੜਾ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ, ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ, ਹੋਰ ਸਖਤ ਕਾਨੂੰਨਾਂ ਦੀ ਵਰਤੋਂ ਕਰਕੇ, ਉਹ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਸਿੱਖਾਂ ਵਿਰੁੱਧ ਬੰਦ ਕਰਨ ਤੇ ਫਿਰ ਇਹ ਅਹਿਸਾਸ ਹੁੰਦਾ ਵਾ ਕਿ ਇਹ ਜਿਹੜੀ ਆ ਕੇਂਦਰ ਸਰਕਾਰ ਹੈ ਸਿੱਖਾਂ ਦੀ ਹਮਦਰਦੀ। ਇਹ ਕੋਈ ਇਹ ਤਾਂ ਸਾਡਾ ਰਾਈਟ ਆ, ਸਾਡਾ ਹੱਕ ਆ। ਸਾਡੇ ਤੇ ਉਹ ਕੋਈ ਅਹਿਸਾਨ ਨਹੀਂ ਕਰ ਰਹੇ ਰਿਹਾਈ ਕਰਨ ਦਾ, ਅਸੀਂ ਆਪਣਾ ਹੱਕ ਮੰਗਦੇ ਆ। ਜਦੋਂ ਦੂਜੇ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਹੋ ਜਾਂਦੀ ਆ, ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਕੋਹ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਲਾਵਾਰਸ ਤੇ ਅਣਪਛਾਤੀਆਂ ਲਾਸ਼ਾਂ ਬਣਾਤਾ। ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਸੀ, ਉਹ ਲਾਸ਼ਾਂ ਦੀ ਭਾਲ ਕਰਦਾ ਆਪ ਵੀ ਅਣਪਛਾਤੀ ਲਾਸ਼ ਉਹਨੂੰ ਵੀ ਬਣਾ ਦਿੱਤਾ ਗਿਆ। ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਵਾਸਤੇ ਤੁਰੰਤ ਜਿਹੜੀ ਆ ਸਰਕਾਰ ਜਿਹੜੀ ਆ ਉਹਨੂੰ ਰਾਈਟ ਆ, ਉਹਨਾਂ ਨੂੰ ਜਦੋਂ ਮਰਜ਼ੀ ਰਿਹਾ ਕਰ ਦੇ ਤੇ ਜਦੋਂ ਮਰਜ਼ੀ ਉਹਨਾਂ ਨੂੰ ਪਰੋਲ ਦੇ ਦੇ। ਤੇ ਸਾਡੇ ਵਾਸਤੇ ਪਰੋਲ ਦੀ ਵੀ ਅੜਚਣ। ਪ੍ਰੋਫੈਸਰ ਭੁੱਲਰ ਸਾਹਿਬ ਨੂੰ 2015 ਦੇ ਵਿੱਚ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ, 1994 ਤੋਂ ਅੰਦਰ ਤੇ 2015 ਦੇ ਵਿੱਚ ਉਹਨੂੰ ਪਰੋਲ ਦੇ ਉੱਤੇ ਜਾਣਾ ਸ਼ੁਰੂ ਕਰਤਾ। ਜਿਹੜਾ ਬੰਦਾ ਪਰੋਲ 'ਚ ਚੱਲ ਜਾਂਦਾ ਉਹਦੇ ਬਾਰੇ ਤੇ ਕਹਿ ਹੀ ਨਹੀਂ ਸਕਦੇ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਖਤਰਾ ਹੋ। ਜਿਹੜਾ ਬੰਦਾ ਟਾਹਣੀਆਂ ਦੇ ਪੱਤਿਆਂ ਨਾਲ ਬਿਲਕੁਲ ਜੀ, ਸਾਨੂੰ ਰਿਹਾਈ ਚਾਹੀਦੀ ਆ। ਬਿਆਨਬਾਜ਼ੀ ਵਿੱਚ ਕੋਈ ਅਸੀਂ ਨਹੀਂ ਉਹ ਨਾ, ਸਾਡਾ ਕੋਈ ਸਿਆਸੀ ਮੋਟਿਵ ਨਹੀਂ ਅੱਜ ਦੀ ਇਹ ਕਾਨਫਰੰਸ ਦਾ। ਮੈਂ ਦੁਬਾਰਾ ਫੇਰ ਨੁਕਤੇ ਸਪਸ਼ਟ ਕਰ ਦਿਆਂ। ਕੇਜਰੀਵਾਲ ਇਹ ਦੱਸੇ ਕਿ ਜਦੋਂ ਕੋਈ ਕਾਨੂੰਨੀ ਅੜਚਣ ਤੇ ਸੰਵਿਧਾਨਕ ਅੜਚਣ ਨਹੀਂ ਰਹੀ ਤੇ ਹੁਣ ਕੀ ਅੜਚਣ ਆ, ਕਿਉਂ ਫਾਈਲ ਜਿਹੜੀ ਆ ਉਹ ਤੇ ਸਾਈਨ ਨਹੀਂ ਕੀਤੇ ਜਾ ਰਹੇ, ਫਾਈਲ ਕਿੱਥੇ ਆ। ਨਾਲ ਹੀ ਇਹ ਦੱਸੇ ਕਿ ਜਦੋਂ ਤੇਰਾ ਅਧਿਕਾਰ ਖੇਤਰ ਹੀ ਨਹੀਂ ਸੁਪਰੀਮ ਕੋਰਟ 'ਚ ਪੈਂਡਿੰਗ ਸੀ, ਤੂੰ 3 ਵਾਰੀ ਉਹਦਾ ਨਕਸ਼ਾ ਕਿਸ ਕਾਨੂੰਨ ਦੇ ਤਹਿਤ ਰਿਜੈਕਟ ਕੀਤਾ ਤੇ ਰਿਜੈਕਟ ਕਰਨ ਤੋਂ ਬਾਅਦ ਉਹਦੀ ਇਨਫੋਰਮੇਸ਼ਨ ਜਿਹੜੀ ਆ ਨਾ ਜੇਲ੍ਹ ਅਥਾਰਟੀ ਨੂੰ ਦਿੱਤੀ, ਨਾ ਭੁੱਲਰ ਸਾਹਿਬ ਨੂੰ ਦਿੱਤੀ। ਮੁੱਖ ਦੀ ਗੱਲ ਕਰੋ ਜੀ, ਹੁਣ ਮੁੱਖ ਦੀ ਗੱਲ ਕੀ ਹੈ? ਮੁੱਖ ਦੀ ਗੱਲ ਤੇ ਇਹ ਹੀ ਆ ਕਿ ਅਸੀਂ 26 ਤਰੀਕ ਤੱਕ ਰਿਹਾਈ ਚਾਹੁੰਦੇ ਆ। ਜੇ ਨਹੀਂ ਰਿਹਾਈ ਹੁੰਦੀ ਤੇ ਪਹਿਲਾਂ ਜਿਹੜੇ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਉਹਨਾਂ ਦੇ ਵਿਰੁੱਧ ਜਿਹੜੇ ਅਸੀਂ ਧਰਨੇ ਲਾਵਾਂਗੇ। ਸਮੁੱਚੇ ਜਗਤ ਨੂੰ ਅਪੀਲ ਆ, ਇਹ ਸਾਡੀ ਸਮੁੱਚੇ ਜਗਤ ਨੂੰ ਅਪੀਲ ਆ ਕਿ 26 ਤਰੀਕ ਤੱਕ ਜੇ ਕਾਰਵਾਈ ਨਹੀਂ ਹੁੰਦੀ ਤੇ ਤੁਸੀਂ ਸਾਰੇ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਦਾ ਇਹਨਾਂ ਵੱਡੇ ਲੈਵਲ ਤੇ ਬਾਈਕਾਟ ਕਰੋ ਵੀ ਇਹਨਾਂ ਨੂੰ ਮਜਬੂਰ ਕਰ ਦਈਏ ਰਿਹਾਈ ਵਾਸਤੇ। ਸਾਰੇ ਵਰਲਡ ਵਾਈਡ ਸਿਰਫ ਸਿੱਖ ਜਗਤ ਨੂੰ ਨਹੀਂ, ਅਸੀਂ ਮਨੁੱਖੀ ਅਧਿਕਾਰਾਂ ਦੇ ਲੰਬਰਦਾਰਾਂ ਨੂੰ, ਇਨਸਾਨੀਅਤ ਦੇ ਦਰਦਮੰਦਾਂ ਨੂੰ ਵੀ ਅਪੀਲ ਕਰਨਾ ਕਿ ਉਹ ਵੀ ਇਸ ਮੂਵ ਦੇ ਵਿੱਚ ਸ਼ਾਮਲ ਹੋਣ। ਇਹ ਫੈਸਲਾ ਕੱਲਾ ਸਾਡਾ ਨਹੀਂ, ਇਹ ਪੂਰੇ ਸਿੱਖ ਜਗਤ ਦੀ ਮੰਗ ਆ, ਉਹਦਾ ਅਧਿਕਾਰ ਆ ਕਿ ਇਹ ਰਿਹਾਈ ਉਹਦਾ ਅਧਿਕਾਰ ਬਣਦਾ। ਸਾਡੇ ਤੇ ਇਹਨਾਂ ਨੇ ਰਿਹਾ ਕਰਕੇ ਕੋਈ ਆਸਾਨ ਨਹੀਂ ਕਰਨਾ। ਹਾਂਜੀ ਬਿਲਕੁਲ ਮਨੁੱਖੀ ਅਧਿਕਾਰਾਂ ਦੀ ਵਾਇਓਲੇਸ਼ਨ ਹੋ ਰਹੀ ਆ। ਭੈਣ ਜੀ ਇੱਧਰ ਆ ਜਾਓ ਤੁਸੀਂ। ਸਾਰਾ ਕੁਝ ਕਲੀਅਰ ਕਰ ਦਿੱਤਾ, ਇਹਦੇ ਬੋਲਣ ਵਾਲਾ ਤਾਂ ਕੁਝ ਹੋਣਾ ਨਹੀਂ। ਅੜਚਣ ਆ ਰਹੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਕਿ ਅੜਚਣਾਂ ਜਿਹੜੀਆਂ ਹੈਗੀਆਂ ਨੇ ਕਿੱਧਰੋਂ ਬੰਦ ਕੀਤੀਆਂ ਜਾ ਰਹੀਆਂ ਨੇ? ਜਿਹੜੀਆਂ ਅੜਚਣਾਂ ਕਿੱਦਾਂ ਖਤਮ ਹੋ ਸਕਦੀਆਂ ਨੇ? ਤੁਹਾਡਾ ਕੀ ਰਾਏ? ਕਾਨੂੰਨੀ ਅੜਚਨ ਤਾਂ ਜਿਵੇਂ ਇਹਨਾਂ ਨੇ ਸਾਰਾ ਐਕਸਪਲੇਨ ਕਰਤਾ ਵੀ ਕੋਈ ਵੀ ਨਹੀਂ ਹੈਗੀ।
ਹੁਣ ਪਤਾ ਨਹੀਂ ਉਹਨਾਂ ਦੀ ਸੋਚ ਕੀ ਆ, ਵੀ ਕੀ ਉਹ ਸੋਚਦੇ ਆ, ਜਾਂ ਇਲੈਕਸ਼ਨ ਕਰਕੇ ਦੇਖ ਰਹੇ ਆ, ਜਾਂ ਕੀ ਦੇਖ ਰਹੇ ਆ। ਉਹਨਾਂ ਨੇ ਕਾਨੂੰਨੀ ਰਚਨਾ ਸਾਰੀਆਂ ਹੀ ਦੂਰ ਆ। ਸੁਪਰੀਮ ਕੋਰਟ ਦੀ ਬਿੱਟੇ ਵਾਲੀ ਪਟੀਸ਼ਨ ਵੀ ਡਿਸਮਿਸ ਆ, ਤੇ ਕੋਈ ਕਾਨੂੰਨੀ ਅੜਚਨ ਹੈ ਨਹੀਂ ਗੀ। ਤੇ ਇਹੀ ਸਾਨੂੰ ਅਫਸੋਸ ਆ ਵੀ ਸਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ, ਫਿਰ ਵੀ ਸਾਨੂੰ ਇਨਸਾਫ ਅਜੇ ਮਿਲ ਨਹੀਂ ਰਿਹਾ। ਤੇ ਜਿਹੜੀ ਛੱਪੀ ਦਾ ਪ੍ਰੋਗਰਾਮ ਦੇ ਰਹੇ ਨੇ ਕਿ ਛੱਪੀ ਦਾ ਰਿਹਾਈ ਨਾ ਹੋਈ, ਤੇ ਜਿਹੜੇ ਸਿੱਖ ਜਗਤ ਪੂਰਾ ਜਿਹੜਾ ਹੈਗਾ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰੇਗੀ, ਕਿ ਤੁਹਾਨੂੰ ਇਹ ਜਾਇਜ਼ ਮੰਗ ਹੈ ਜਿਹੜੀ? ਪਰ ਮੈਂ ਚਾਹੁੰਦੀ ਆ ਵੀ ਸ਼ਾਂਤੀ ਰਹਿਣੀ ਚਾਹੀਦੀ ਹੈ। ਸ਼ਾਂਤੀ ਨਾਲ ਉਹ ਆਪਣੇ ਆਪ ਹੀ ਕਰ ਦੇਣ ਤੇ ਉਹ ਕਿਸੇ ਨੂੰ ਇਹੋ ਜਿਹਾ ਕੁਝ ਕਰਨਾ ਹੀ ਨਾ ਪਵੇ। ਸ਼ਾਂਤੀ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਮੇਰਾ ਕਿਸੇ ਨਾਲ ਨਹੀਂ ਹੈਗਾ। ਮੈਨੂੰ ਤਾਂ ਸਿਰਫ ਇਹੀ ਹੈਗਾ ਆ ਵੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਅੱਜ ਪੰਥਕ ਜਥੇਬੰਦੀਆਂ ਨੇ ਮੈਨੂੰ ਬੁਲਾਇਆ, ਮੈਂ ਤਾਂ ਵੈਸੇ ਬਹੁਤ ਅਵਾਇਡ ਕਰਦੀ ਆ ਵੀ ਚਲੋ ਸ਼ਾਂਤੀ ਨਾਲ ਕਾਨੂੰਨੀ ਤੌਰ ਤੇ ਆਪਣੇ ਆਪ ਸਾਰਾ ਕੁਝ ਹੋ ਜਾਵੇ। ਕਾਨੂੰਨੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ, ਰਿਹਾਈ ਜਿਹੜੀ ਹੈਗੀ ਆ ਵਾਕਈ ਹੋਣੀ ਤੈਅ ਹੋ ਚੁੱਕੀ ਹੈ, ਪਰ ਫਿਰ ਵੀ ਅੜਚਨ ਪੈਦਾ ਕੀਤੀ ਜਾ ਰਹੀ। ਕਿਹਦੀ ਅੜਚਨ ਹੈ? ਕੀ ਕਹਿੰਦੇ ਆਂਦੇ ਕਿ ਜਦੋਂ ਕਾਨੂੰਨੀ ਕੋਈ ਅੜਚਨ ਤਾਂ ਉਹਨਾਂ ਨੂੰ ਹੀ ਪਤਾ ਆ, ਜਿਹੜਾ ਕਿਉਂਕਿ ਸਟੇਟ ਦਿੱਲੀ ਸਟੇਟ ਦਾ ਕੇਸ ਹੋਣ ਕਰਕੇ ਸੀਐਮ ਦਿੱਲੀ ਨਹੀਂ ਕਰਨਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਹਾਂਜੀ, ਮੈਂ ਇਹੀ ਚਾਹੂੰਗੀ ਵੀ ਜਿਵੇਂ ਸ਼ੀਲਾ ਦੀਕਸ਼ਿਤ ਨੇ ਅੱਗੇ ਕੀਤੇ ਆ 2 ਕੇਸ, ਕੁੱਕੀ ਭਾਜੀ ਦਾ ਵੀ, ਖਹਿਰਾ ਭਾਜੀ ਦਾ ਵੀ, ਔਰ ਉਹਨਾਂ ਨੇ ਕੋਈ ਟਾਈਮ ਪੀਰੀਅਡ ਦੇਖੇ ਤੋਂ ਬਿਨਾਂ ਸਪੈਸ਼ਲ ਬੋਰਡ ਬਿਠਾ ਕੇ ਉਹਨਾਂ ਨੂੰ ਰਿਲੀਜ਼ ਕੀਤਾ ਸੀਗਾ। ਔਰ ਉਹ ਜਿਵੇਂ ਉਸ ਤੋਂ ਬਾਅਦ ਉਹ 2 ਵਾਰ ਸੀਐਮ ਵੀ ਬਣੇ ਆ। ਮੇਰੇ ਹਿਸਾਬ ਨਾਲ ਵੋਟਾਂ ਵਾਟਾਂ ਦਾ ਤਾਂ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ, ਸਗੋਂ ਉਹਨਾਂ ਨੂੰ ਤਾਂ ਆਪਣਾ ਦਿਖਾਉਣਾ ਚਾਹੀਦਾ ਆ। ਏਕਤਾ ਸਾਰਿਆਂ ਵਾਸਤੇ ਇੱਕੋ ਜਿਹਾ ਦਿਖਾਉਣਾ ਚਾਹੀਦਾ ਵੀ ਕਾਨੂੰਨੀ ਕੰਮ ਆ, ਉਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹਨਾਂ ਕੋ ਆਪਣਾ ਇਨੀਸ਼ੀਏਟਿਵ ਹੋਣ, ਉਹ ਇਹ ਨਾ ਸੋਚਣ ਨੈਗੇਟਿਵ ਵੀ ਮੈਨੂੰ ਕੋਈ ਵੋਟਾਂ 'ਚ ਕੋਈ ਅਸਰ ਪਊਗਾ। ਉਹ ਤੋਂ ਇਹਨਾਂ ਦਾ ਹੋਇਆ ਨਾ ਕੇਸ 2001 ਚ ਸੈਸ਼ਨ ਤੋਂ ਵੀ, ਸੁਪਰੀਮ ਕੋਰਟ ਤੋਂ ਵੀ, ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਉਮਰ ਕੈਦ ਹੋਈ ਆ। ਜੇ ਇੰਟਰਨੈਸ਼ਨਲ ਲੈਵਲ ਤੇ ਵੀ ਬਾਹਰਲੇ NRIs ਤੋਂ ਵੀ, ਮੈਂ ਵੀ ਕੈਨੇਡਾ ਤੋਂ ਆ, ਇੰਡੀਆ 'ਚ ਵੀ ਇਕੱਲੇ ਪੰਜਾਬ ਨਹੀਂ, ਇੰਡੀਆ 'ਚ ਸਾਡਾ ਮੇਰਾ ਤਾਂ ਬਹੁਤ ਵਾਹ ਪਿਆ। ਮੈਨੂੰ ਦੂਜੇ ਮੀਡੀਆ ਨੇ ਵੀ ਬਹੁਤ ਜ਼ਿਆਦਾ ਸਾਨੂੰ ਉਹਨਾਂ ਨੇ ਸਪੋਰਟ ਕੀਤੀ। ਉਹਨਾਂ ਨੇ ਸਪੋਰਟ ਇਸ ਕਰਕੇ ਨਹੀਂ ਕੀਤੀ, ਉਹਨਾਂ ਨੇ ਦੇਖਿਆ ਵੀ ਵਾਕਈ ਧੱਕਾ ਹੋਇਆ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਸਰਕਾਰੀ ਵਕੀਲ ਸੀ ਉਹਨੇ ਵੀ ਰਿਟਾਇਰਮੈਂਟ ਤੋਂ ਬਾਅਦ ਸਟੇਟਮੈਂਟ ਦਿੱਤੀ ਸੀ ਕਿ ਭੁੱਲਰ ਸਾਹਿਬ ਤੇ ਕੇਸ ਨਹੀਂ ਸੀ ਬਣਦਾ, ਅਸੀਂ ਉਹਨਾਂ ਨੂੰ ਫਸਾਇਆ ਸੀ, ਕੇਸ ਬਣਾਇਆ ਗਿਆ ਸੀ। ਔਰ ਜਦੋਂ ਮੀਡੀਆ ਨੇ ਕਿਹਾ ਵੀ ਤੁਸੀਂ ਪਹਿਲਾਂ ਨਹੀਂ ਦੱਸਿਆ, ਉਹਨਾਂ ਨਾਂ ਸੀ ਅਨੂਪ ਚੌਧਰੀ। ਉਹਨਾਂ ਨੇ ਕਿਹਾ ਉਦੋਂ ਮੇਰੀ ਜੌਬ ਸੀ, ਮੈਂ ਬੋਲ ਨਹੀਂ ਸੀ ਸਕਦਾ, ਹੁਣ ਮੈਂ ਰਿਟਾਇਰ ਹਾਂ, ਹੁਣ ਮੈਂ ਕਹਿ ਸਕਦਾ। ਇਸ ਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ? ਇਹ ਦਾ ਹਿੰਦੂ ਪੇਪਰ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਸੀ। ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਸਿੱਖ ਜਥੇਬੰਦੀਆਂ ਹੁਣ ਲੇਟ, ਮੈਂ ਤਾਂ ਸਾਰੇ ਇਹੀ ਚਾਹੁੰਦੀ ਹਾਂ ਵੀ ਸ਼ਾਂਤੀ ਨਾਲ ਕਰੋ, ਕੋਈ ਇਹੋ ਜਿਹੀ ਗੱਲ ਨਹੀਂ। ਆਪਾਂ ਨੂੰ ਘਰਾਓ ਵੀ ਕਰਨੇ ਨਾ ਹੀ ਪੈਣ ਤਾਂ ਚੰਗੀ ਗੱਲ ਆ, ਤੇ ਪਹਿਲਾਂ ਹੀ ਆਪਣਾ ਕੰਮ ਹੋ ਜਾਵੇ, ਕਿਉਂਕਿ ਸਾਨੂੰ ਕੋਈ ਇਹੋ ਜਿਹਾ ਹੈ ਨਹੀਂ ਕਿ ਅਸੀਂ ਕੋਈ ਸ਼ਾਂਤੀ ਵਾਲਾ ਕੰਮ ਕਰੀਏ, ਕਿਸੇ ਨੂੰ ਪ੍ਰੋਬਲਮ ਹੋਵੇ, ਧਰਨੇ ਲੱਗਣ। ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਇਹਨਾਂ ਗੱਲਾਂ 'ਚ। ਸੋ ਸ਼ਾਂਤੀ ਨਾਲ ਹੋ ਜਾਏ, ਤੇ ਚਾਹੇ ਸਾਨੂੰ ਸੈਂਟਰ ਰਿਹਾਈ ਦੇ ਦੇਵੇ, ਚਾਹੇ ਸਾਨੂੰ ਕੇਜਰੀਵਾਲ ਸਰਕਾਰ ਰਿਹਾਈ ਦੇ ਦੇਵੇ, ਸਾਡਾ ਤਾਂ ਮਕਸਦ ਇਹ ਆ ਵੀ ਉਹ ਘਰ ਆਉਣੇ ਚਾਹੀਦੇ ਆ। ਹਾਂਜੀ, ਕੀ ਕਰੇ ਮੈਂ ਬੋਲਾਂ? ਅੱਛਾ ਅਸੀਂ ਅੱਜ ਜਿਹੜੀ ਜਥੇਬੰਦੀਆਂ ਵੱਲੋਂ ਕਾਨਫਰੰਸ ਬੁਲਾਈ ਗਈ ਸੀਗੀ, ਤੇ ਉਹਦੇ ਵਿੱਚ ਜਿਵੇਂ ਸਾਰਿਆਂ ਨੇ ਦੱਸ ਹੀ ਦਿੱਤਾ ਵੀ ਉਹਨਾਂ ਦੇ ਕੇਸ ਬਾਰੇ ਤੇ ਸਾਰਾ ਕੁਝ। ਤੇ ਉਹੀ ਗੱਲ ਮੇਰੀ ਤਾਂ ਇੱਕੋ ਹੀ ਬੇਨਤੀ ਆ ਸੰਗਤ ਨੂੰ ਵੀ, ਮੀਡੀਆ ਨੂੰ ਵੀ, ਗੌਰਮੈਂਟ ਨੂੰ ਵੀ, ਸਾਰਿਆਂ ਨੂੰ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਇਹਨਾਂ ਦੀ ਰਿਹਾਈ ਕਰਨ। ਸੈਂਟਰ ਸਰਕਾਰ ਕਰਦੇ, ਦਿੱਲੀ ਸਰਕਾਰ ਦੀ ਕੀ ਮਨਸ਼ਾ ਇਹਦੇ ਪਿੱਛੇ ਲੱਗਦੀ ਹੈ? ਹਾਂਜੀ, ਦਿੱਲੀ ਸਰਕਾਰ ਤਾਂ ਉਹ ਤਾਂ ਉਹੀ ਜਾਣਦੇ ਆ ਜੀ। ਸਾਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹੋ ਜਿਹੀ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਸ਼ੀਲਾ ਦੀਕਸ਼ਿਤ ਉਹਨਾਂ ਦੀ ਉਦਾਹਰਨ ਦਿੱਤੀ ਆ ਵੀ ਉਹਨਾਂ ਨੇ ਤਾਂ ਕਿਸੇ ਚੀਜ਼ ਤੋਂ ਡਰ ਕੇ ਨਹੀਂ ਕੀਤਾ। ਕੁੱਕੀ ਭਾਜੀ ਦਾ ਕੰਮ ਤੇ ਉਹਨਾਂ ਨੇ, ਖਹਿਰਾ ਸਾਹਿਬ ਦਾ, ਉਹਨਾਂ ਨੇ ਕਿਸੇ ਦਬਾਅ ਹੇਠ ਨਹੀਂ, ਜਾਂ ਕਿਸੇ ਤੋਂ ਉਹਨਾਂ ਨੂੰ ਉਹ ਨਹੀਂ ਸੀ, ਕਾਨੂੰਨੀ ਤੌਰ ਕਾਨੂੰਨ ਸਮਝ ਕੇ ਜੋ ਉਹਨਾਂ ਦਾ ਡਿਊਟੀ ਆ, ਜੋ ਉਹਨਾਂ ਦਾ ਰਾਈਟ ਆ ਐਜ਼ ਏ ਸੀਐਮ, ਉਹਨਾਂ ਨੇ ਉਹ ਕੀਤਾ, ਤੇ ਇਹ ਵੀ ਕਰ ਸਕਦੇ ਆ। ਮਤਲਬ ਤੁਸੀਂ ਸਿਰਫ ਪ੍ਰੋਫੈਸਰ ਸਾਹਿਬ ਦੀ ਰਿਹਾਈ ਦੀ ਮੰਗ ਕਰ ਰਹੇ ਜਾਂ ਜਿੰਨੇ ਵੀ? ਮੈਂ ਸਾਰਿਆਂ ਦੀ ਕਰਦੀ ਆ, ਪਰ ਇਹਨਾਂ ਦਾ ਤਾਂ ਆ ਕਿ ਇਹਨਾਂ ਦਾ ਕੇਸ ਦਿੱਲੀ ਦਾ। ਬਾਕੀ ਆਪਾਂ ਕਹਿੰਦੇ ਆ ਵੀ ਜਿੰਨੇ ਵੀ ਸਾਰੇ ਸਜ਼ਾ ਭੁਗਤ ਚੁੱਕੇ ਆ, ਸਾਰਿਆਂ ਦੀ ਰਿਹਾਈ ਬਣਦੀ ਆ, ਤੇ ਸਾਰਿਆਂ ਨੂੰ ਰਿਹਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਆ, ਕਿਉਂਕਿ ਤੁਹਾਨੂੰ ਪਤਾ ਆ ਜਿਹੜੀ ਉਡੀਕ ਤਾਂ ਕੋਈ ਥੋੜੀ ਜਿਹੀ ਕਰਨੀ ਪੈ ਜੇ ਉਹ ਵੀ ਬੜੀ ਔਖੀ ਆ, ਤੇ ਜਿਹੜੀਆਂ ਇੰਨੀਆਂ ਲੰਮੀਆਂ ਉਡੀਕਾਂ ਪਰਿਵਾਰਾਂ ਨੂੰ ਕਰਨੀਆਂ ਪੈ ਰਹੀਆਂ। ਕੀ ਨਜ਼ਰ ਆ ਰਹੀ ਹੈ ਜਿਵੇਂ ਪੰਜਾਬ 'ਚ ਆ ਕੇ ਉਹ ਆਪਣੇ ਆਪ ਨੂੰ ਪੰਜਾਬ ਵਿਦੇਸ਼ੀ ਹੋਣ ਦਾ ਦਾਅਵਾ ਕਰਦੇ ਆ, ਇੱਥੇ ਚੋਣਾਂ ਵੀ ਲੜਨ ਜਾ ਰਹੇ ਆ, ਤੇ ਕੀ ਉਹਨਾਂ ਦੀ ਤੁਹਾਨੂੰ ਸੋਚ ਕੀ ਨਜ਼ਰ ਆ ਰਹੀ ਹੈ? ਕਿਹਨਾਂ ਦੀ? ਕੇਜਰੀਵਾਲ ਸਾਹਿਬ। ਨਹੀਂ, ਉਹ ਤਾਂ ਚਲੋ ਚੋਣਾਂ ਲੜਨ ਨਾ ਲੜਨ ਉਹਦੇ ਨਾਲ ਸਾਨੂੰ ਕੋਈ ਨਹੀਂ ਆ, ਹਨਾ। ਪਾਰਟੀਆਂ ਹੋਰ ਵੀ ਲੜ ਰਹੀਆਂ, ਉਹ ਵੀ ਲੜ ਲੈਣਗੇ, ਉਹਦੇ 'ਚ ਕੋਈ ਉਹ ਨਹੀਂ ਆ। ਜੇ ਲੜਨਾ ਚਾਹੁੰਦੇ ਆ ਲੜਨ, ਤੇ ਪਰ ਉਹਨਾਂ ਤੋਂ ਸਾਨੂੰ ਇਹ ਤਾਂ ਪਤਾ ਲੱਗੇ ਵੀ ਉਹਨਾਂ ਨੂੰ ਪੰਜਾਬ ਵਾਸਤੇ ਉਹ ਸੁਹਿਰਦ ਹੈਗੇ ਆ,
ਪੰਜਾਬ ਦੇ ਕੰਮਾਂ ਵਾਸਤੇ, ਜੋ ਉਹ ਇੱਕ ਕੰਮ ਨੂੰ ਹੀ ਇੰਨਾ ਸੋਚਣ ਲੱਗੇ ਹੋਏ ਆ, ਤਾਂ ਫਿਰ ਉਹ ਪੰਜਾਬ 'ਚ ਆ ਕੇ ਫਿਰ ਸਾਨੂੰ ਨਹੀਂ ਸਮਝ ਲੱਗਦੀ ਵੀ ਉਹ ਫਿਰ ਕਿਵੇਂ। ਕਿਸ ਤਰ੍ਹਾਂ ਵਿਰੋਧ ਜਤਾਇਆ ਜਾਊ ਜੇ ਕੇਜਰੀਵਾਲ ਸਾਹਿਬ ਹਲੇ ਵੀ ਤੁਹਾਡੀ ਮੰਗ ਪੂਰੀ ਨਹੀਂ ਕਰਦੇ, ਤੁਹਾਡੀ ਸੁਣਵਾਈ ਨਹੀਂ ਕਰਦੇ, ਤੇ ਅੱਗੇ ਕਿਸ ਤਰ੍ਹਾਂ ਵਿਰੋਧ ਜਤਾਇਆ ਜਾਊਗਾ ਪਰਿਵਾਰ ਵੱਲੋਂ ਜਾਂ ਸੰਗਤ ਵੱਲੋਂ? ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਹੁਣ ਤਾਂ ਅਸੀਂ ਕਾਨੂੰਨੀ ਵੀ ਨਹੀਂ ਕੁਝ ਕਰ ਸਕਦੇ। ਕਾਨੂੰਨ ਮੁਤਾਬਕ ਸਾਰਾ ਕੇਸ ਖਤਮ ਹੋਇਆ। ਅਪੀਲ ਕਰ ਰਹੇ ਹੋ? ਹਾਂਜੀ ਹੁਣ ਤਾਂ ਜੇ ਉਹ ਨਹੀਂ ਕਿ ਫਿਰ ਤਾਂ ਅਸੀਂ ਕਵਾਂਗੇ ਸੈਂਟਰ ਸਰਕਾਰ ਆਪ ਹੀ 72 ਆਰਟੀਕਲ ਦੇ ਵਿੱਚ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਉਹ ਕਰ ਸਕਦੇ ਆ, ਸਾਰੇ ਸਿੰਘਾਂ ਨੂੰ ਹੀ ਕਰ ਸਕਦੇ ਆ, ਜਿੰਨੇ ਵੀ ਬੰਦੀ ਹੈਗੇ ਆ। ਇਹ ਨਹੀਂ ਇਕੱਲੇ ਪੰਜਾਬ 'ਚ, ਇੰਡੀਆ 'ਚ ਹੋਰ ਵੀ ਕਈ ਥਾਵਾਂ ਤੇ ਹੋਣਗੇ, ਆਪਾਂ ਨੂੰ ਨਹੀਂ ਪਤਾ ਉਹਨਾਂ ਦਾ। ਆਪਣਾ ਨਾਮ ਤੇ ਇੰਟਰੋਡਕਸ਼ਨ ਦਾ ਹਾਂਜੀ, ਨਾਮ ਬੋਲ ਦਿਓ ਬਸ। ਨਾ ਭੈਣ ਜੀ ਨਵਨੀਤ ਨਵਨੀਤ ਕੌਰ। ਪ੍ਰੋਫੈਸਰ ਸਾਹਿਬ ਨਵਨੀਤ ਕੌਰ। ਥੈਂਕ ਯੂ। ਹੋਰ ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ ਦਾ ਮੁੱਖ ਏਜੰਡਾ ਜਾਂ ਮਕਸਦ ਕੀ ਹੈ, ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ? ਮੈਂ ਸਰਵਣ ਸਿੰਘ ਅਗਵਾਨ, ਬਰਾਦਰ ਸ਼ਹੀਦ ਭਾਈ ਸਤਵੰਤ ਸਿੰਘ। ਅੱਜ ਸਾਡਾ ਮੇਨ ਮਕਸਦ ਜਿਹੜਾ ਸੀਗਾ ਸਿਰਫ ਤੇ ਸਿਰਫ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾਲ ਸੰਬੰਧਿਤ ਕੇਸ ਨੂੰ ਹਾਈਲਾਈਟ ਕਰਨਾ, ਕਿਉਂਕਿ ਹੁਣ ਜਿਹੜੀ ਫਾਈਲ ਆ ਉਹ ਦਿੱਲੀ ਸਰਕਾਰ ਦੇ ਕੋਲ ਪਈ ਹੋਈ ਹੈ, ਕੋਈ ਕਾਨੂੰਨੀ ਅੜਚਣ ਨਹੀਂ ਰਹਿ ਗਈ, ਕੋਈ ਅੜਿੱਕਾ ਹੈ ਹੀ ਨਹੀਂਗਾ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮਨਿੰਦਰ ਬਿੱਟੇ ਨੇ ਪਾਈ ਸੀ ਉਹ ਵੀ ਅਪੀਲ ਰੱਦ ਹੋ ਚੁੱਕੀ ਹੈ, ਠੀਕ ਆ। ਤੇ ਉਹਦੇ ਵਿੱਚ ਜਿਹੜਾ ਉਹਦੇ ਤੇ ਕੇਸ ਪਾਇਆ ਸੀਗਾ ਉਹ ਸਾਬਤ ਨਹੀਂ ਹੋਇਆ, ਜਿੰਨੇ ਗਵਾਹ ਸੀ ਕੋਈ ਸਾਬਤ ਨਹੀਂ ਹੋਇਆ, ਸਭ ਗਵਾਹ ਜਿਹੜੇ ਆ ਉਹ ਉਹਦੇ ਹੱਕ 'ਚ ਹੀ ਗਵਾਹੀ ਦੇ ਕੇ ਗਏ, ਜਾਣੀ ਕਿ ਮੁੱਕਰ ਗਏ ਆ, ਠੀਕ ਆ। ਉਹ ਹੁਣ ਐਵੇਂ ਮਤਲਬ ਜਿਹੜਾ ਉਹਨਾਂ ਨੂੰ ਬੰਦ ਕੀਤਾ ਹੋਇਆ ਵਾ, ਤੇ ਪਰਿਵਾਰ ਦੀ ਸਥਿਤੀ ਆਪਾਂ ਵੇਖ ਹੀ ਰਹੇ ਹਾਂ ਵੀ ਭੈਣ ਜੀ ਨੇ ਸਾਰੀ ਲਾਈਫ ਹੀ ਇਦਾਂ ਹੀ ਮਤਲਬ ਕੱਢ ਦਿੱਤੀ ਆ, ਉਹਨਾਂ ਦੇ ਮਗਰ ਹੀ ਉਹਨਾਂ ਲੋਕ ਆਫਟਰ ਕਰਦੇ ਆ ਹਨ। ਤੇ ਇਸ ਚੀਜ਼ ਨੂੰ ਸਿਰਫ ਤੇ ਸਿਰਫ ਇੱਕੋ ਹੀ ਇਹ ਸਮਾਂ ਵਾ, ਇਹਨੂੰ ਬੇਸ਼ੱਕ ਲੋਕ ਹੋਰ ਢੰਗ ਦੇ ਨਾਲ ਨਾ ਲੈ ਜਾਣ ਕਿ ਵੋਟਾਂ ਕਰਕੇ ਕੋਈ ਐਵੇਂ ਦੀ ਰਾਜਨੀਤੀ ਵਾਲੀ ਗੱਲ ਆ, ਨਹੀਂ। ਸਾਡੀ ਸਮੁੱਚੇ ਜਗਤ ਨੂੰ ਸਿਰਫ ਇਹ ਅਪੀਲ ਆ ਕਿ ਇਹਨਾਂ ਲੋਕਾਂ ਨੂੰ ਵੋਟਾਂ ਦੀ ਲੋੜ ਏ। ਜੇ ਅਸੀਂ ਉਂਝ ਪ੍ਰੋਟੈਸਟ ਕਰਦੇ ਆ ਇਹਨਾਂ ਦੀ ਸਿਹਤ ਤੌਰ ਤੇ ਜਦੋਂ ਕੋਈ ਵੀ ਕਿਸੇ ਮੁਸੀਬਤ 'ਚ ਫਸਦਾ ਤਾਂ ਉਹਦੇ ਕੋਲ ਇੱਕੋ ਇੱਕ ਰਾਹ ਹੁੰਦਾ, ਕਾਨੂੰਨੀ ਪ੍ਰਕਿਰਿਆ। ਹਾਂਜੀ। ਤੁਹਾਨੂੰ ਲੱਗਦਾ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਵੀ ਤੁਸੀਂ ਫੋਲੋ ਕੀਤੀ, ਪਰ ਬਾਵਜੂਦ ਉਸ ਦੇ ਵੀ ਕਾਨੂੰਨੀ ਪ੍ਰਕਿਰਿਆ ਸਾਰੀ ਪੂਰੀ ਹੋ ਚੁੱਕੀ ਹੈ, ਕਾਨੂੰਨ ਕੋਈ ਪੈਂਡਿੰਗ ਨਹੀਂ। ਅੜਚਣ ਸਿਰਫ ਇੱਕ ਇਹਨੂੰ ਇਹ ਤਾਂ ਉਹੀ ਦੱਸ ਸਕਦੇ ਆ ਵੈਸੇ ਜਿਵੇਂ ਭੈਣ ਜੀ ਨੇ ਕਿਹਾ, ਪਰ ਇਹਨੂੰ ਅਸੀਂ ਰਾਜਨੀਤਿਕ ਜਿਹੜਾ ਵਾ ਸੋਚ ਨਾਲ ਲੈ ਰਹੇ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਆ ਕਿ ਵੋਟਾਂ ਵਾ ਸ਼ਾਇਦ ਇੱਥੇ ਹਾਂ ਉਹਦੇ ਕੋਲ ਵੀ ਉਹ ਵੀ ਸਾਡੇ ਕੋਲ ਮਿਸਾਲ ਏ। ਹੁਣ ਦਿੱਲੀ ਦੰਗਿਆਂ ਦੇ ਕਿੰਨੇ ਹਾਈਲਾਈਟ ਕੀ ਹੋਣਾ ਦੇ ਲਲਿਤ ਮਾਕਨ ਦਾ ਕੇਸ ਸੀਗਾ, ਉਹ ਉਦੋਂ ਦੀ ਜਿਹੜੀ ਮੁੱਖ ਮੰਤਰੀ ਸੀਗੀ ਦਿੱਲੀ ਦੀ ਸ਼ੀਲਾ ਦੀਕਸ਼ਿਤ, ਉਹਨੇ ਉਹਨਾਂ ਨੂੰ ਰਿਹਾ ਕੀਤਾ। ਉਸ ਤੋਂ ਬਾਅਦ 2 ਵਾਰ ਮੁੱਖ ਮੰਤਰੀ ਬਣੇ ਨੇ, ਠੀਕ ਹੈ ਕਿ ਨਹੀਂ। ਤਾਂ ਇਹ ਕੇਜਰੀਵਾਲ ਚਾਹੇ ਤਾਂ 2 ਦਿਨ ਦੇ ਵਿੱਚ ਰਿਹਾਈ ਹੋ ਸਕਦੀ ਆ। ਬਸ ਸਾਡੀ ਇਹੀ ਮਕਸਦ ਸੀਗਾ ਅੱਜ ਪ੍ਰੈਸ ਕਾਨਫਰੰਸ ਦਾ। ਥੈਂਕ ਯੂ ਜੀ। ਵਾਹ ਖਾਲਸਾ। ਸਰ ਤੁਸੀਂ ਕੋਈ ਸਰਕਾਰ ਨੂੰ ਇਸ ਮਸਲੇ ਦੇ ਨਾਲ ਕੋਈ ਚੇਤਾਵਨੀ ਜਾਂ ਕੋਈ ਅਲਟੀਮੇਟਮ ਨਹੀਂ ਦਿੱਤਾ? ਹਾਂਜੀ 26 ਤਰੀਕ ਦਾ ਅਲਟੀਮੇਟਮ ਦਿੱਤਾ ਹੋਇਆ ਵਾ, ਪਰ ਅਸੀਂ ਸੋਚਦੇ ਹਾਂ ਕਿ ਸਾਨੂੰ ਉਹ ਕੁਝ ਨਾ ਹੀ ਕਰਨਾ ਪਏ ਪੰਜਾਬ ਦੇ ਵਿੱਚ, ਆਪਾਂ ਨਾ ਕਿਸੇ ਦਾ ਵਿਰੋਧ ਕਰੀਏ। ਤੇ ਸਾਡੀ ਸਮੁੱਚੀ ਤੁਹਾਡੇ ਪ੍ਰੈਸ ਵੀਰਾਂ ਦੇ ਥਰੂ ਅਪੀਲ ਆ ਸਮੁੱਚੀ ਮਨੁੱਖਤਾ ਨੂੰ, ਸਮੁੱਚੇ ਸਿੱਖ ਜਗਤ ਨੂੰ ਵਰਲਡ ਵਾਈਡ, ਕਿ ਜਿੰਨੇ NRI ਜਿਨ੍ਹਾਂ ਨੇ ਉਹਨੂੰ ਪਰਸਨਲ ਤੌਰ ਤੇ ਕਹਿ ਕੇ ਤੇ ਸਾਈਨ ਕਰਵਾ ਕੇ ਤੁਰੰਤ ਭੁੱਲਰ ਸਾਹਿਬ ਨੂੰ ਰਿਹਾ ਕਰਵਾਇਆ ਜਾਵੇ। ਅਲਟੀਮੇਟਮ 26 ਤੋਂ ਬਾਅਦ ਫਿਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟ ਆ ਇਹਨਾਂ ਦਾ ਘਰਾਓ ਕਰਾਂਗੇ, ਤੇ ਲੋਕਾਂ ਨੂੰ ਇਸ ਗੱਲ ਵਾਸਤੇ ਅਸੀਂ ਅਪੀਲ ਕਰ ਰਹੇ ਹਾਂ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿੱਤਾ ਜਾਏ, ਮਜਬੂਰ ਕੀਤਾ ਜਾਏ ਕੇਜਰੀਵਾਲ ਨੂੰ ਕਿ ਉਹ ਸਾਈਨ ਕਰਕੇ ਤੁਰੰਤ ਭੁੱਲਰ ਸਾਹਿਬ ਨੂੰ ਰਿਹਾ ਕਰ। ਲੱਗਦਾ ਕੋਈ ਪੰਥ ਵਿਰੋਧੀ ਸੋਚ ਹੈ ਕੇਜਰੀਵਾਲ ਦੀ, ਜਿਹੜਾ ਉਹ ਫੈਸਲਾ ਨਹੀਂ ਲੈ ਰਿਹਾ ਜਾਂ ਰਿਹਾਈ ਨਹੀਂ ਕਰ ਰਹੇ, ਕੀ ਕਾਰਨ ਨਜ਼ਰ? ਯਾਰ ਸਾਡੀ ਸਮਝ ਤੋਂ ਬਾਹਰ ਹੀ ਆ ਇਹ ਗੱਲ। ਇਹ ਤਾਂ ਲੋਕ ਬਹੁਤ ਸਿਆਣੇ ਆ, ਅਸੀਂ ਆਪਣੇ ਮੂੰਹ ਚੋਂ ਇਹ ਗੱਲ ਨਹੀਂ ਕਹਿਣੀ ਚਾਹੁੰਦੇ ਕਿ ਉਹ ਪੰਥ ਵਿਰੋਧੀ ਸੋਚ ਨਾਲ ਸੰਬੰਧਿਤ ਸੋਚ ਕੇ ਨਹੀਂ ਕਰ ਰਿਹਾ। ਤੇ ਪਰ ਸਾਡੀ ਇਹ ਰਿਕੁਐਸਟ ਆ ਕਿ ਉਹਦੇ ਹੱਥ ਵਾਸਿਆ ਸਾਰਾ ਕੁਝ। ਜੇ ਬਾਕੀ ਇੰਨੇ ਵੱਡੇ ਵੱਡੇ ਆਪਾਂ ਬਿਆਨ ਦੇ ਕੇ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਆ, ਤਾਂ ਹੁਣ ਲੋਕ ਤਾਂ ਫਿਰ ਸਾਹਮਣੇ ਇਸ ਗੱਲ ਦਾ ਜਵਾਬ ਲੈਣਗੇ ਨਾ। ਕਿਉਂ ਇਹ ਤਾਂ ਬਹੁਤ ਮਤਲਬ ਛੋਟੀ ਜੀ ਗੱਲ ਆ, ਸਿਰਫ ਸਾਈਨ ਹੋਣੇ ਨੇ ਤੇ ਬੰਦੇ ਦੀ ਰਿਹਾਈ ਹੋ ਜਾਣੀ ਹੈ, ਤੇ ਬਾਕੀ ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ,
ਪ੍ਰੈਸ ਕਾਨਫਰੰਸ ਦਾ ਮੁੱਖ ਏਜੰਡਾ ਜਾਂ ਮਕਸਦ ਕੀ ਹੈ, ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ? ਮੈਂ ਸਰਵਣ ਸਿੰਘ ਅਗਵਾਨ ਬਰਾਦਰ ਸ਼ਹੀਦ ਭਾਈ ਸਤਵੰਤ ਸਿੰਘ। ਅੱਜ ਸਾਡਾ ਮੇਨ ਮਕਸਦ ਜਿਹੜਾ ਸੀਗਾ ਸਿਰਫ ਤੇ ਸਿਰਫ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾਲ ਸੰਬੰਧਿਤ ਕੇਸ ਨੂੰ ਹਾਈਲਾਈਟ ਕਰਨਾ, ਕਿਉਂਕਿ ਹੁਣ ਜਿਹੜੀ ਫਾਈਲ ਆ ਉਹ ਦਿੱਲੀ ਸਰਕਾਰ ਦੇ ਕੋਲ ਪਈ ਹੋਈ ਹੈ। ਕੋਈ ਕਾਨੂੰਨੀ ਅੜਚਣ ਨਹੀਂ ਰਹਿ ਗਈ, ਕੋਈ ਅੜਿੱਕਾ ਹੈ ਹੀ ਨਹੀਂਗਾ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮਨਿੰਦਰ ਬਿੱਟੇ ਨੇ ਪਾਈ ਸੀ ਉਹ ਵੀ ਅਪੀਲ ਰੱਦ ਹੋ ਚੁੱਕੀ ਹੈ, ਠੀਕ ਆ। ਤੇ ਉਹਦੇ ਵਿੱਚ ਜਿਹੜਾ ਉਹਦੇ ਤੇ ਕੇਸ ਪਾਇਆ ਸੀਗਾ ਉਹ ਸਾਬਤ ਨਹੀਂ ਹੋਇਆ। ਜਿੰਨੇ ਗਵਾਹ ਸੀ ਕੋਈ ਸਾਬਤ ਨਹੀਂ ਹੋਇਆ। ਸਭ ਗਵਾਹ ਜਿਹੜੇ ਆ ਉਹ ਉਹਦੇ ਹੱਕ 'ਚ ਹੀ ਗਵਾਹੀ ਦੇ ਕੇ ਗਏ, ਜਾਣੀ ਕਿ ਮੁੱਕਰ ਗਏ ਆ, ਠੀਕ ਆ। ਉਹ ਹੁਣ ਐਵੇਂ ਮਤਲਬ ਜਿਹੜਾ ਉਹਨਾਂ ਨੂੰ ਬੰਦ ਕੀਤਾ ਹੋਇਆ ਵਾ। ਤੇ ਪਰਿਵਾਰ ਦੀ ਸਥਿਤੀ ਆਪਾਂ ਵੇਖ ਹੀ ਰਹੇ ਹਾਂ ਵੀ ਭੈਣ ਜੀ ਨੇ ਸਾਰੀ ਲਾਈਫ ਹੀ ਇਦਾਂ ਹੀ ਮਤਲਬ ਕੱਢ ਦਿੱਤੀ ਆ। ਉਹਨਾਂ ਦੇ ਮਗਰ ਹੀ ਉਹਨਾਂ ਲੁੱਕ ਆਫਟਰ ਕਰਦੇ ਆ ਹਨ। ਤੇ ਇਸ ਚੀਜ਼ ਨੂੰ ਸਿਰਫ ਤੇ ਸਿਰਫ ਇੱਕੋ ਹੀ ਇਹ ਸਮਾਂ ਵਾ। ਇਹਨੂੰ ਬੇਸ਼ੱਕ ਲੋਕ ਹੋਰ ਢੰਗ ਦੇ ਨਾਲ ਨਾ ਲੈ ਜਾਣ ਕਿ ਵੋਟਾਂ ਕਰਕੇ ਕੋਈ ਐਵੇਂ ਦੀ ਰਾਜਨੀਤੀ ਵਾਲੀ ਗੱਲ ਆ। ਨਹੀਂ, ਸਾਡੀ ਸਮੁੱਚੇ ਜਗਤ ਨੂੰ ਸਿਰਫ ਇਹ ਅਪੀਲ ਆ ਕਿ ਇਹਨਾਂ ਲੋਕਾਂ ਨੂੰ ਵੋਟਾਂ ਦੀ ਲੋੜ ਏ। ਜੇ ਅਸੀਂ ਉਂਝ ਪ੍ਰੋਟੈਸਟ ਕਰਦੇ ਆ ਇਹਨਾਂ ਦਾ ਘਰਾਓ ਕਰਦੇ, ਇਹਨਾਂ ਦੀ ਸਿਹਤ ਕੀ ਅਸਰ? ਆਪਣੇ ਕੋਠੀਆਂ ਕਾਰਾਂ ਦੇ ਵਿੱਚ ਰਮਾਨਾ ਘੁੰਮੇ ਫਿਰੀ ਜਾਂਦੇ। ਆਮ ਤੌਰ ਤੇ ਜਦੋਂ ਕੋਈ ਵੀ ਕਿਸੇ ਮੁਸੀਬਤ 'ਚ ਫਸਦਾ ਤਾਂ ਉਹਦੇ ਕੋਲ ਇੱਕੋ ਇੱਕ ਰਾਹ ਹੁੰਦਾ, ਕਾਨੂੰਨੀ ਪ੍ਰਕਿਰਿਆ। ਤੁਹਾਨੂੰ ਲੱਗਦਾ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਵੀ ਤੁਸੀਂ ਫੋਲੋ ਕੀਤੀ, ਪਰ ਬਾਵਜੂਦ ਉਸ ਦੇ ਵੀ ਕਾਨੂੰਨੀ ਪ੍ਰਕਿਰਿਆ ਸਾਰੀ ਪੂਰੀ ਹੋ ਚੁੱਕੀ ਹੈ। ਕਾਨੂੰਨੀ ਪ੍ਰਕਿਰਿਆ ਤੇ ਰਹਿ ਹੀ ਕੋਈ ਨਹੀਂ ਗਈ, ਕੋਈ ਪੈਂਡਿੰਗ ਨਹੀਂ ਆ। ਅੜਚਣ ਸਿਰਫ ਇੱਕ ਇਹਨੂੰ ਇਹ ਤਾਂ ਉਹੀ ਦੱਸ ਸਕਦੇ ਆ ਵੈਸੇ, ਜਿਵੇਂ ਭੈਣ ਜੀ ਨੇ ਕਿਹਾ, ਪਰ ਇਹਨੂੰ ਅਸੀਂ ਰਾਜਨੀਤਿਕ ਜਿਹੜਾ ਵਾ ਸੋਚ ਨਾਲ ਲੈ ਰਹੇ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਆ ਕਿ ਵੋਟਾਂ ਵਾ ਸ਼ਾਇਦ ਇੱਥੇ ਕੋਈ ਐਵੇਂ ਦੀ ਨਾ ਗੱਲ ਹੋਏ। ਪਰ ਨਹੀਂ, ਉਹਦੇ ਕੋਲ ਉਹ ਵੀ ਸਾਡੇ ਕੋਲ ਮਿਸਾਲ ਏ। ਹੁਣ ਦਿੱਲੀ ਦੰਗਿਆਂ ਦੇ ਕਿੰਨੇ ਹਾਈਲਾਈਟ ਕੇਸ ਸੀਗੇ, ਰਣਜੀਤ ਸਿੰਘ ਕੁੱਕੀ ਹੁਣਾਂ ਦੇ ਲਲਿਤ ਮਾਕਨ ਦਾ ਕੇਸ ਸੀਗਾ। ਉਹ ਉਦੋਂ ਦੀ ਜਿਹੜੀ ਮੁੱਖ ਮੰਤਰੀ ਸੀਗੀ ਦਿੱਲੀ ਦੀ ਸ਼ੀਲਾ ਦੀਕਸ਼ਿਤ, ਉਹਨੇ ਉਹਨਾਂ ਨੂੰ ਰਿਹਾ ਕੀਤਾ। ਉਸ ਤੋਂ ਬਾਅਦ 2 ਵਾਰ ਮੁੱਖ ਮੰਤਰੀ ਬਣੇ ਨੇ, ਠੀਕ ਹੈ ਕਿ ਨਹੀਂ? ਤਾਂ ਇਹ ਕੇਜਰੀਵਾਲ ਚਾਹੇ ਤਾਂ 2 ਦਿਨ ਦੇ ਵਿੱਚ ਰਿਹਾਈ ਹੋ ਸਕਦੀ ਆ। ਬਸ ਸਾਡੀ ਇਹੀ ਮਕਸਦ ਸੀਗਾ ਅੱਜ ਪ੍ਰੈਸ ਕਾਨਫਰੰਸ ਦਾ। ਥੈਂਕ ਯੂ ਜੀ। ਵਾਹ ਖਾਲਸਾ। ਸਰ, ਤੁਸੀਂ ਕੋਈ ਸਰਕਾਰ ਨੂੰ ਇਸ ਮਸਲੇ ਦੇ ਨਾਲ ਕੋਈ ਚੇਤਾਵਨੀ ਜਾਂ ਕੋਈ ਅਲਟੀਮੇਟਮ ਨਹੀਂ ਦਿੱਤਾ? ਹਾਂਜੀ, 26 ਤਰੀਕ ਦਾ ਅਲਟੀਮੇਟਮ ਦਿੱਤਾ ਹੋਇਆ ਵਾ, ਪਰ ਅਸੀਂ ਸੋਚਦੇ ਹਾਂ ਕਿ ਸਾਨੂੰ ਉਹ ਕੁਝ ਨਾ ਹੀ ਕਰਨਾ ਪਏ। ਪੰਜਾਬ ਦੇ ਵਿੱਚ ਆਪਾਂ ਨਾ ਕਿਸੇ ਦਾ ਵਿਰੋਧ ਕਰੀਏ। ਤੇ ਸਾਡੀ ਸਮੁੱਚੀ ਤੁਹਾਡੇ ਪ੍ਰੈਸ ਵੀਰਾਂ ਦੇ ਥਰੂ ਅਪੀਲ ਆ ਸਮੁੱਚੀ ਮਨੁੱਖਤਾ ਨੂੰ, ਸਮੁੱਚੇ ਸਿੱਖ ਜਗਤ ਨੂੰ ਵਰਲਡ ਵਾਈਡ, ਕਿ ਜਿੰਨੇ NRI ਜਿਨ੍ਹਾਂ ਨੇ ਇਹਦੀ 2017 ਦੇ ਵਿੱਚ ਕੇਜਰੀਵਾਲ ਦੀ ਮਦਦ ਕੀਤੀ ਆ, ਉਹਨੂੰ ਪਰਸਨਲ ਤੌਰ ਤੇ ਕਹਿ ਕੇ ਤੇ ਸਾਈਨ ਕਰਵਾ ਕੇ ਤੁਰੰਤ ਭੁੱਲਰ ਸਾਹਿਬ ਨੂੰ ਰਿਹਾ ਕਰਵਾਇਆ ਜਾਵੇ। ਅਲਟੀਮੇਟਮ 26 ਤੋਂ ਬਾਅਦ ਫਿਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟ ਆ ਇਹਨਾਂ ਦਾ ਘਰਾਓ ਕਰਾਂਗੇ। ਤੇ ਲੋਕਾਂ ਨੂੰ ਇਸ ਗੱਲ ਵਾਸਤੇ ਅਸੀਂ ਅਪੀਲ ਕਰ ਰਹੇ ਹਾਂ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿੱਤਾ ਜਾਏ, ਮਜਬੂਰ ਕੀਤਾ ਜਾਏ ਕੇਜਰੀਵਾਲ ਨੂੰ ਕਿ ਉਹ ਸਾਈਨ ਕਰਕੇ ਤੁਰੰਤ ਭੁੱਲਰ ਸਾਹਿਬ ਨੂੰ ਰਿਹਾ ਕਰ। ਲੱਗਦਾ ਕੋਈ ਪੰਥ ਵਿਰੋਧੀ ਸੋਚ ਹੈ ਕੇਜਰੀਵਾਲ ਦੀ, ਜਿਹੜਾ ਉਹ ਫੈਸਲਾ ਨਹੀਂ ਲੈ ਰਹੇ ਜਾਂ ਰਿਹਾਈ ਨਹੀਂ ਕਰ ਰਹੇ? ਕੀ ਕਾਰਨ ਯਾਰ ਸਾਡੀ ਸਮਝ ਤੋਂ ਬਾਹਰ ਹੀ ਆ ਇਹ ਗੱਲ। ਇਹ ਤਾਂ ਲੋਕ ਬਹੁਤ ਸਿਆਣੇ ਆ। ਅਸੀਂ ਆਪਣੇ ਮੂੰਹ ਚੋਂ ਇਹ ਗੱਲ ਨਹੀਂ ਕਹਿਣੀ ਚਾਹੁੰਦੇ ਕਿ ਉਹ ਪੰਥ ਵਿਰੋਧੀ ਸੋਚ ਨਾਲ ਸੰਬੰਧਿਤ ਸੋਚ ਕੇ ਨਹੀਂ ਕਰ ਰਿਹਾ। ਤੇ ਪਰ ਸਾਡੀ ਇਹ ਰਿਕੁਐਸਟ ਆ ਕਿ ਉਹਦੇ ਹੱਥ ਵਾਸਿਆ ਸਾਰਾ ਕੁਝ। ਜੇ ਬਾਕੀ ਇੰਨੇ ਵੱਡੇ ਆਪਾਂ ਬਿਆਨ ਦੇ ਕੇ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਆ, ਤਾਂ ਹੁਣ ਲੋਕ ਤਾਂ ਫਿਰ ਸਾਹਮਣੇ ਇਸ ਗੱਲ ਦਾ ਜਵਾਬ ਲੈਣਗੇ ਨਾ। ਤਾਂ ਇਹ ਤਾਂ ਬਹੁਤ ਮਤਲਬ ਛੋਟੀ ਜੀ ਗੱਲ ਆ। ਸਿਰਫ ਸਾਈਨ ਹੋਣੇ ਨੇ ਤੇ ਬੰਦੇ ਦੀ ਰਿਹਾਈ ਹੋ ਜਾਣੀ ਹੈ, ਤੇ ਬਾਕੀ ਤੇ 5 ਸਾਲਾਂ ਦੀ ਗੱਲ ਆ ਜਿਹੜੇ ਲਾਰੇ ਲਾ ਰਹੇ ਨੇ। ਥੈਂਕ ਯੂ। ਮੇਰਾ ਰਣਜੀਤ ਸਿੰਘ ਬੱਗਾ, ਕੈਨੇਡਾ ਤੋਂ। ਅਸੀਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀਗੀ, ਤੇ ਅਸੀਂ ਚਾਹੁੰਦੇ ਹਾਂ ਕੋਈ ਸਿਸਟਮ ਚੇਂਜ ਹੋਏ, ਪੰਜਾਬ ਆਪਣੇ ਵੀਰ ਭੈਣ ਭਰਾ ਸੁੱਖ ਦਾ ਸਾਹ ਲੈਣ, ਪਰ ਉਹ ਨਹੀਂ ਹੋਇਆ ਅਨਫੋਰਚੂਨੇਟਲੀ। ਪਰ ਸਾਡੇ ਜਿੰਨੇ ਵੀ NRI ਵੀਰ ਭਰਾ ਉਹਨਾਂ ਸਾਰਿਆਂ ਨੂੰ ਅਪੀਲ ਕਰਨੇ ਆ ਵੀ ਕੇਜਰੀਵਾਲ ਦੇ ਜਿਹਦੇ ਨਾਲ ਵੀ ਸੰਬੰਧ ਆ, ਪ੍ਰੋਫੈਸਰ ਸਾਹਿਬ ਦੀ ਸਜ਼ਾ ਭੁਗਤ ਗਏ ਆ, ਕਾਨੂੰਨੀ ਕਾਰਵਾਈ ਸਾਰੀ ਖਤਮ ਹੋ ਗਈ ਆ, ਉਹਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ। ਨਹੀਂ ਤੇ 26 ਤਰੀਕ ਨੂੰ ਅਸੀਂ ਵੀ ਸਾਰੇ NRI ਭੈਣ ਭਰਾ ਅਸੀਂ ਵੀ ਜੰਗੀ ਪੱਧਰ ਤੇ ਵਰਲਡ ਵਾਈਡ ਆਪਾਂ ਸਾਰਾ ਇਹਨਾਂ ਦਾ ਘਰਾਓ ਕਰਾਂਗੇ ਜੀ। ਜਿੱਥੇ ਵੀ ਹੈਗੇ ਇਹਨਾਂ ਦੇ ਕੈਂਡੀਡੇਟ ਅਸੀਂ ਵਿਰੋਧ ਕਰਾਂਗੇ ਜੀ। ਸਾਰੇ NRI ਭਰਾਵਾਂ ਨੂੰ ਕਹਾਂਗੇ ਆਪਣੇ ਪਿੰਡ ਜਿੰਨੇ ਵੀ ਉਹਨਾਂ ਦੇ ਮਦਰ ਫਾਦਰ ਸਟੂਡੈਂਟ ਜਿੰਨੇ ਵੀ ਬਾਹਰ ਗਏ, ਹਰ ਪਿੰਡ 'ਚੋਂ ਬਾਹਰ ਬੱਚੇ ਬੈਠੇ ਆ ਜੀ, ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਇਹਨਾਂ ਨੂੰ ਆਪਣੇ ਪਿੰਡ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾਏ। ਜਿੰਨਾ ਚਿਰ ਪ੍ਰੋਫੈਸਰ ਸਾਹਿਬ ਦੂਜੇ ਵੀ ਜਿੰਨੇ ਵੀ ਬੰਦੀ ਸਿੰਘ ਆ ਸਾਰਿਆਂ ਨੂੰ ਰਿਹਾ ਕੀਤਾ ਜਾਏ। ਕੋਈ ਇਹ ਦੇਸ਼ ਵਿੱਚ ਕਿਸੇ ਦੇਸ਼ ਦਾ ਕੋਈ ਕਾਨੂੰਨ ਨਹੀਂ ਜਿਹਦੀ ਸਜ਼ਾ ਪੂਰੀ ਹੋ ਗਈ ਆ ਉਹਨਾਂ ਨੂੰ ਅੰਦਰ ਰੱਖਿਆ। ਇਹ ਪਹਿਲਾ ਦੇਸ਼ ਹੀ ਆ
ਜਿਹੜੇ ਆਪਣੇ ਸਿੰਘਾਂ ਦੀ ਸਾਰਿਆਂ ਸਜ਼ਾ ਵੀ ਪੂਰੀ ਹੋ ਗਈ, ਸਭ ਕੁਝ ਹੋ ਗਿਆ। ਉਹ ਅੰਦਰ ਬੈਠੇ ਆ। ਕੋਈ ਦੇਸ਼ ਕਿਸੇ ਵਰਲਡ ਦੇ ਵਿੱਚ ਕੋਈ ਐਸਾ ਦੇਸ਼ ਨਹੀਂ ਅੱਜ ਸਜ਼ਾ ਪੂਰੀ ਹੋਣ ਤੋਂ ਤੁਹਾਨੂੰ ਅੰਦਰ ਰੱਖਿਆ ਜਾਏ, ਕੋਈ ਕਾਨੂੰਨ ਹੀ ਨਹੀਂ। ਇਹ ਪਹਿਲਾ ਦੇਸ਼ ਹੈ ਜਿਸ 'ਚ ਇਹ ਕਾਨੂੰਨ ਹੈ। ਕੀ ਲੱਗਦਾ ਅਹਿਸਾਸ ਨਹੀਂ ਹੋ ਰਿਹਾ ਇਹਨਾਂ ਨੂੰ ਕਿੰਨੀ ਦੇਰ ਪਤਾ ਨਹੀਂ ਕਿੰਨਾ ਪਰਿਵਾਰ ਤੋਂ ਦੂਰ ਹੈ, ਪਰਿਵਾਰ ਕਿਸ ਮਾਨਸਿਕ ਉਹਨਾਂ ਦੇ ਮੈਨੂੰ ਪਤਾ ਲੱਗਾ ਉਹਨਾਂ ਦੇ ਬੀਜੀ ਸਾਹਿਬ ਦੀ ਡੈਥ ਹੋ ਗਈ। ਭੈਣ ਜੀ ਨੂੰ ਵੀ ਦੇਖ ਕੇ ਮੈਨੂੰ ਇੰਨਾ ਸਾਨੂੰ ਰੋਣ ਆਉਂਦਾ ਵਾ, ਭੈਣ ਜੀ ਨੂੰ ਦੇਖ ਕੇ ਤੇ ਕੀ ਇਹਨਾਂ ਕੀਤਾ ਉਹਨਾਂ ਦਾ ਹਾਲ। ਤੇ ਬੀਜੀ ਦੀ ਵੀ ਡੈਥ ਹੋਈ, ਆਪਣੀ ਮਾਂ ਨੂੰ ਵੀ ਨਹੀਂ ਦੇਖ ਸਕੇ ਪ੍ਰੈਸ ਸਾਹਿਬ। ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਜਦੋਂ ਕਿ ਉਹਨਾਂ ਸਜ਼ਾ ਹੈ ਨਹੀਂ। ਕਾਨੂੰਨ ਕੇਜਰੀਵਾਲ ਇੱਕ ਸਾਈਨ ਨਹੀਂ ਕਰ ਸਕਦਾ। ਇੱਕ ਸਾਈਨ ਕਰਕੇ ਸਾਨੂੰ ਕੋਈ ਪੋਲੀਟੀਕਲ, ਸਾਨੂੰ ਕੋਈ ਵੋਟਾਂ ਦਾ ਕੰਸਰਨ ਨਹੀਂ, ਭਾਵੇਂ ਸਾਰੀਆਂ ਲੜਨ, 4 ਲੜਨ, 5 ਲੜਨ, ਸਾਰੀਆਂ ਜਥੇਬੰਦੀਆਂ ਲੜਨ, ਪਰ ਸਾਨੂੰ ਸਿਰਫ ਕੰਸਰਨ ਆ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ। ਪ੍ਰੋਫੈਸਰ ਸਾਹਿਬ ਦੀ 26 ਸਾਲ ਉਹਨੇ ਬਾਹਰ ਆ ਕੇ ਕੀ ਕੀਤਾ, 26 ਸਾਲ ਕੀ ਕਰਦੇ ਨੇ, ਕੀ ਉਹਦੇ ਕੋਈ ਹੈਗਾ ਉਹਨੇ ਹੱਥ 'ਚ ਫੜਿਆ ਜੇਲ੍ਹ ਵਿੱਚ ਜਿਹੜਾ ਆ ਕੇ ਇਹਨਾਂ ਨੂੰ ਨੁਕਸਾਨ ਕਰ ਦੂ। ਅਸੀਂ ਤਾਂ ਖੁਦ ਹੈਰਾਨ ਹੈ। ਸਾਰੇ NRA ਵੀਰ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਸਾਰੇ ਸਿੱਖ ਜਗਤ, ਸਾਰੇ ਵਰਲਡ ਵਾਈਡ, ਹਿੰਦੂ, ਸਿੱਖ, ਮੁਸਲਿਮ ਸਾਰੇ ਇਸ ਚੀਜ਼ ਦੇ ਨਾਲ ਸਾਥ ਦੇਣਗੇ ਜੀ। ਮੇਰੇ ਖਿਆਲ ਇੱਕ ਵੀ ਬੰਦਾ ਇਨਸਾਨੀਅਤ ਜਿਹੜਾ ਇਨਸਾਨੀਅਤ ਰੱਖਦਾ ਉਹ ਇਸ ਚੀਜ਼ ਦੇ ਉਲਟ ਨਹੀਂ ਹੋਵੇ। ਜਿਹੜਾ ਇਨਸਾਨ ਆ, ਇਹ ਇਨਸਾਨੀਅਤ ਹੈ। ਵਰਲਡ ਵਾਈਡ ਕੋਈ ਦੇਸ਼ ਦੇ, ਅਸੀਂ ਸਾਰੇ ਦੇਸ਼ਾਂ 'ਚ ਫਿਰੇ, ਕੋਈ ਦੇਸ਼ ਇਹੋ ਜਿਹਾ ਕਾਨੂੰਨ ਹੈ ਨਹੀਂ। ਇਹ ਦੇਸ਼ ਵੱਖਰਾ ਹੀ ਦੇਸ਼ ਆ। ਪਤਾ ਨਹੀਂ ਕਿਉਂ ਸਾਡੇ ਨਾਲ ਹੋ ਰਿਹਾ ਹੈ। ਇਹ ਬੰਦ ਕੀਤਾ ਜਾਏ, ਇਹਦੇ ਰਿਜ਼ਲਟ ਵਧੀਆ ਨਹੀਂ ਨਿਕਲਣੇ।